ਜੇ ਤੁਸੀਂ ਕਲਾਸਾਂ ਨਹੀਂ ਮਿਸ ਕਰਦੇ ਜੀ, ਕੋਈ ਬੱਚਾ ਫੇਲ ਨਹੀਂ ਹੋ ਸਕਦਾ ਇਸ ਸਿਸਟਮ ਦੇ ਵਿੱਚ। ਤੇ ਇੱਕੋ ਹੀ ਰੀਜ਼ਨ ਹੈ ਕਲਾਸਾਂ ਮਿਸ ਕਰਨ ਦਾ, ਹੋਰ ਕੋਈ ਰੀਜ਼ਨ ਨਹੀਂ ਹੈ, ਉਹ ਆ ਕੰਮ। ਡਿਊਰਿੰਗ ਦਾ ਪੜ੍ਹਾਈ ਆਪਣੀ ਜੌਬ ਨੂੰ ਇੰਪਰੂਵ ਕਰਦੇ ਰਹੋ, ਆਪਣੇ ਸਕਿੱਲ ਨੂੰ ਇੰਪਰੂਵ ਕਰਦੇ ਰਹੋ, ਤਾਂ ਕਿ ਜਦੋਂ ਤੱਕ ਤੁਹਾਨੂੰ ਵਰਕ ਪਰਮਿਟ ਹੋਵੇ ਤੁਹਾਡੇ ਕੋਲ ਸਕਿਲਡ ਜੌਬ ਹੋਵੇ, ਨਾ ਕਿ ਇੱਕ ਲੇਬਰ ਜੌਬ ਹੋਵੇ। ਜੀ, ਬਹੁਤੇ ਇੰਟਰਨੈਸ਼ਨਲ ਸਟੂਡੈਂਟ ਮਿਹਨਤੀ ਨੇ, ਦਿਨ ਰਾਤ ਇੱਕ ਕਰਦੇ ਆ, ਪੜ੍ਹਦੇ ਵੀ ਆ, ਮਾਂ-ਬਾਪ ਦੀਆਂ ਆਸਾਂ ਤੇ ਵੀ ਪੂਰੇ ਉਤਰਦੇ ਆ। ਤੇ ਇਹ ਵੇਖ ਕੇ ਆਉਂਦੇ ਆਪਣੇ ਫਰੈਂਡਸ ਨੂੰ, ਫਰੈਂਡ ਸਰਕਲ ਨੂੰ, ਕਿੰਨੇ ਕਾਰੀ ਕਾਰ ਰੱਖੀ ਆ, ਕਿਸ ਤਰ੍ਹਾਂ ਉਹ ਤਰੱਕੀ ਕਰ ਰਿਹਾ, ਸਕੈਜੂਲ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਪੈਸੇ ਕਮਾ ਰਹੇ ਨੇ ਜਾਂ ਕਿੱਦਾਂ ਪੈਸੇ ਕੱਢ ਰਹੇ ਨੇ। ਤੁਹਾਨੂੰ ਸਵਾਲ ਪੁੱਛਿਆ ਕਿ ਭਾਜੀ ਇੱਥੇ ਪੱਕੇ ਹੋਣ ਦਾ ਤਰੀਕਾ ਕੀ, ਤੁਸੀਂ ਕਿਹਾ ਕਿ LMI ਲਓ ਤੇ 1 ਸਾਲ ਕੰਮ ਕਰੋ, ਫਿਰ ਤੁਸੀਂ PR ਦੀ ਫਾਈਲ ਲਾ ਸਕਦੇ ਹੋ, ਜਿਹੜਾ ਕਿ ਬਹੁਤੇ ਲੋਕੀ ਸਮਝਦੇ ਆ। ਪਰ ਇਸ ਤੋਂ ਅਗਲਾ ਸਵਾਲ ਕੋਈ ਨਹੀਂ ਪੁੱਛਦਾ ਕਿ ਸਾਲ ਬਾਅਦ ਮੇਰੇ ਪੁਆਇੰਟ ਬਣਨਗੇ। ਉਹ ਕਹਿੰਦੇ ਜੀ ਤੂੰ ਇਦਾਂ ਕਰ, LMA ਲੈ ਲਾ, ਮੁੜ ਕੇ ਵਰਕ ਪਰਮਿਟ ਤੋਂ ਬਾਅਦ ਫਿਰ ਤੂੰ ਫਾਈਲ ਲਾ ਦੇਣੀ। ਆ ਪੁਆਇੰਟਾਂ ਵਾਲਾ ਗੇੜਾ ਜਿਹਾ ਕੀ ਆ ਇਹ, ਜਾਣੀ ਮੇਰੇ ਲਈ ਵੀ ਨਵਾਂ ਹੀ ਮੰਨ ਕੇ ਚੱਲੋ। ਕਦੇ ਕੋਈ ਬੱਚਾ ਇਦਾਂ ਦਾ ਨੋਟਿਸ ਦੇ ਵਿੱਚ ਵੀ ਆਇਆ ਵੀ ਜਿਹਨੇ ਪੜ੍ਹਾਈ ਛੱਡ ਦਿੱਤੀ ਹੋਵੇ, ਵਰਕ ਪਰਮਿਟ ਲੈ ਲਿਆ ਹੋਵੇ, ਮੁੜ ਕੇ ਜਦੋਂ ਫਾਈਲ ਲਾਉਣੀ ਆ ਤਾਂ ਪੁਆਇੰਟ ਪੂਰੇ ਨਾ ਹੋਏ? ਅਸੀਂ ਸਟੱਡੀ ਛੱਡੀ ਨੂੰ ਸਾਲ ਹੋ ਗਿਆ। ਅਸੀਂ ਛੱਡੀ ਇਸ ਕਰਕੇ ਸੀਗੀ ਕਿਉਂਕਿ ਪੈਸੇ ਨਹੀਂ ਸੀ ਹੈਗੇ ਫੀਸ ਦੇ। ਮੈਂ ਕਿਹਾ ਓਕੇ, ਫਿਰ ਇਸ ਸਾਲ 'ਚ ਕੀ ਕੀਤਾ? ਕੰਮ ਕੀਤਾ ਭਾਜੀ। ਅੱਛਾ ਕੰਮ ਕੀਤਾ। ਮੈਂ ਕਿਹਾ ਹੁਣ ਦੱਸ ਤੇਰੇ ਅਕਾਊਂਟ 'ਚ ਕਿੰਨੇ ਪੈਸੇ ਹੈ? ਭਾਜੀ ਅਕਾਊਂਟ 'ਚ ਤੇ ਕੁਝ ਨਹੀਂ ਹੈਗਾ। ਹੁਣ ਇੱਥੇ ਬਹੁਤ ਸਾਰੀਆਂ ਚੀਜ਼ਾਂ ਲੀਗਲ ਵੀ ਨੇ, ਬਿਲਕੁਲ, ਜਿਹੜੀਆਂ ਕਿ ਖਾਧੀਆਂ ਪੀਤੀਆਂ ਜਾ ਸਕਦੀਆਂ ਨੇ, ਉਹਨਾਂ ਚੀਜ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ? ਤੁਸੀਂ ਕਿਹਦੇ ਕੋ ਆਉਂਦੇ ਹੋ ਜੀ, ਇਹਦੇ 'ਚ ਗਲਤੀ ਉਹਨਾਂ ਦੀ ਨਹੀਂ ਹੈ ਜਿਹੜੇ ਸਾਡੇ ਰਿਸ਼ਤੇਦਾਰ ਨੇ, ਜਿਹੜੇ ਸਾਨੂੰ ਇੱਥੇ ਸੱਦਦੇ ਨੇ, ਕਿਉਂਕਿ ਉਹ ਵੀ ਵਿਚਾਰੇ ਨਾ ਡਰਦੇ ਆ, ਇਹਨਾਂ ਨੂੰ ਕੁਝ ਕਹੀਏ ਨਾ ਕਿ ਘਰੇ ਸ਼ਿਕਾਇਤ ਨਾ ਕਰਨ ਜਾਂ ਇਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਇਹਨਾਂ ਨੂੰ ਘਰੋਂ ਕੱਢ ਰਹੇ ਹਾਂ। ਮਾਂ-ਬਾਪ ਆਪਣੇ ਬੱਚੇ ਨਾਲ ਕਿੱਦਾਂ ਕਨੈਕਸ਼ਨ ਰੱਖੇ ਕਿ ਉਹਨੂੰ ਸਾਰਾ ਕੁਝ ਪਤਾ ਲੱਗਦਾ ਰਹੇ ਕਿ ਬੱਚਾ ਕਰਦਾ ਕੀ ਹੈ? ਜਦੋਂ ਬੱਚੇ ਇੱਥੇ ਆ ਜਾਂਦੇ ਨੇ ਨਾ, ਬੱਚੇ ਪੇਰੈਂਟਸ ਤੋਂ ਸਮਾਰਟ ਹੋ ਜਾਂਦੇ, ਬਹੁਤ ਜ਼ਿਆਦਾ ਸਮਾਰਟ ਹੋ ਜਾਂਦੇ। ਕਈ ਵਾਰੀ ਅਸੀਂ ਸਟੂਡੈਂਟਸ ਨੂੰ ਮਿਲਦੇ ਆ ਜਿਹੜੇ ਪੜ੍ਹਦੇ ਨਹੀਂ ਆ ਜਾਂ ਕੁਝ ਨਹੀਂ ਕਰਦੇ, ਤੇ ਉਹ ਘਰੇ ਨਹੀਂ ਦੱਸਦੇ ਕਿ ਅਸੀਂ ਪੜ੍ਹਦੇ ਨਹੀਂ ਆ। ਉਹ ਘਰੇ ਦੱਸਣਗੇ ਕਿ ਅਸੀਂ ਤੇ ਉਸ ਕਾਲਜ 'ਚ ਆ, ਇਹ ਸਾਨੂੰ ਪਾਸ ਹੀ ਨਹੀਂ ਕਰਦਾ। ਮੈਂ ਕਿਹਾ ਇਹ ਕਿਹੜਾ ਕਾਲਜ ਹੁੰਦਾ ਜਿਹੜਾ ਤੁਹਾਨੂੰ ਪਾਸ ਹੀ ਨਹੀਂ ਕਰਦਾ? ਕੰਮ ਮਾੜਾ ਨਹੀਂ ਹੈਗਾ, ਕੰਮ ਸਾਰੇ ਹੀ ਚੰਗੇ ਨੇ, ਪਰ ਤੁਸੀਂ ਇਹ ਵੇਖੋ ਕਿ ਤੁਹਾਡਾ ਇੰਟਰਸਟ ਕਾਹਦੇ ਵਿੱਚ ਹੈ, ਤੇ ਬੱਚੇ ਦਾ ਇੰਟਰਸਟ ਵੇਖੋ ਕਿ ਬੱਚੇ ਨੂੰ ਇੰਟਰਸਟ ਕਾਹਦੇ 'ਚ ਆ, ਆਪਣਾ ਇੰਟਰਸਟ ਨਾ ਵੇਖੋ। ਰਹਿਣਾ ਉਹਨੇ ਆ, ਕੰਮ ਪੜ੍ਹਨਾ ਉਹਨੇ ਆ। ਦੇਖੋ ਚੰਗੇ ਬੁਰੇ ਦੀ ਪਹਿਚਾਣ ਕਾਫੀ ਹੱਦ ਤੱਕ ਇੱਕ ਇੰਡੀਵਿਜੂਅਲ ਨੇ ਆਪ ਕਰਨੀ ਹੁੰਦੀ ਹੈ, ਉਹਦੀ ਆਪਣੀ ਅੰਡਰਸਟੈਂਡਿੰਗ ਹੁੰਦੀ ਹੈ। ਹੁਣ ਜਿਹੜਾ 18 ਸਾਲ ਤੋਂ ਉੱਤੇ ਆ, 20 ਸਾਲ ਤੋਂ ਉੱਤੇ, ਜਿਹਨੂੰ ਆਪਾਂ ਅਡਲਟ ਕਹਿੰਦੇ ਆ, ਜਿਹਨੂੰ ਵੋਟ ਪਾਉਣ ਦਾ ਹੱਕ ਆ, ਇਹ ਮੇਰੀ ਮੰਨਣੀ ਹੈ ਕਿ ਉਹਨੂੰ ਇਹ ਵੀ ਅਕਲ ਹੋਣੀ ਚਾਹੀਦੀ ਹੈ ਕਿ ਤੇਰੇ ਲਈ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਗਲਤ ਹੈ। ਇਹ ਗਲਤੀ ਮੈਂ ਵੀ ਕੀਤੀ ਸੀ ਜਦੋਂ ਮੈਂ ਸਟੂਡੈਂਟ ਆਇਆ ਸੀਗਾ, ਤੇ ਪਹਿਲੀ ਗੱਡੀ ਮੈਂ ਜਿਹੜੀ ਲਈ ਸੀ ਉਹ $1700 ਦੀ ਸੀਗੀ, ਤੇ ਮੈਂ ਇਸੇ ਮੂੰਹ ਨੂੰ ਲੈ ਲਈ ਸੀਗੀ ਕਿ ਇਹਦੇ 'ਚ ਸਨਰੂਫ ਲੱਗਾ। ਅੱਛਾ ਜੀ, ਕਿਉਂਕਿ ਮੈਂ ਇੰਡੀਆ 'ਚ ਉਦੋਂ ਸਨਰੂਫ ਵਾਲੀ ਗੱਡੀ 'ਚ ਨਹੀਂ ਸੀ ਕਦੀ ਬੈਠਾ ਜੀ। ਸੋ ਇਹ ਮੇਰੀ ਗਲਤੀ ਸੀਗੀ। ਉਹ ਗੱਡੀ ਨੇ ਮੇਰਾ $4000-5000 ਬਾਅਦ 'ਚ ਲਵਾਇਆ 3 ਮਹੀਨੇ 'ਚ, ਤੇ ਮੈਂ ਫਿਰ 250 ਦੀ ਵੇਚੀ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੇ ਅੱਜ ਜਸਦੀਪ ਸਿੰਘ ਸੰਧੂ ਹੋਰੀ ਸਾਡੇ ਨਾਲ ਨੇ। ਤੇ ਸੰਧੂ ਸਾਹਿਬ ਕੀ ਹਾਲ ਚਾਲ ਨੇ? ਪਹਿਲਾਂ ਤਾਂ ਠੀਕ ਹੈ ਜੀ, ਠੀਕ ਠਾਕ ਹੋ? ਤੇ ਮੈਂ ਦੱਸ ਦਿਆਂ ਕਿ ਸੰਧੂ ਸਾਹਿਬ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਕੈਨੇਡਾ 'ਚ ਆਏ ਸੀ, ਤੇ ਹੁਣ ਪੱਕੇ ਪੈਰੀਂ ਹੋ ਕੇ ਇਹੀ ਕੰਮ ਕਰਦੇ ਨੇ ਇਮੀਗ੍ਰੇਸ਼ਨ ਦਾ। ਜਾਣੀ ਕਿ ਜੇ ਕਿਸੇ ਨੇ ਬਾਹਰਲੇ ਪਾਸਿਓਂ ਇੱਧਰਲੇ ਪਾਸੇ ਨੂੰ ਆਉਣਾ ਹੈ ਤਾਂ ਫਿਰ ਉਹ ਕਿਵੇਂ ਆਉਣਾ, ਖਾਸ ਤੌਰ ਦੇ ਉੱਤੇ ਅੱਜ ਆਪਾਂ ਸਟੂਡੈਂਟਸ ਦੇ ਬਾਰੇ ਗੱਲਬਾਤ ਕਰਨੀ ਹੈ। ਸੰਧੂ ਸਾਹਿਬ ਪਹਿਲਾਂ ਤਾਂ ਮੈਨੂੰ ਇੱਕ ਗੱਲ ਜਿਹੜੀ ਮੇਰੇ ਮਨ ਦੇ ਵਿੱਚ ਆਉਂਦੀ ਹੈ, ਮੈਂ ਸਿੱਧੀ ਪੁੱਛਣੀ ਹੈ ਕਿ ਪੰਜਾਬ ਦੇ ਪਿੰਡ 'ਚੋਂ ਬੱਚੇ ਇੱਥੇ ਆ ਰਹੇ ਆ, ਬਿਲਕੁਲ ਪੜ੍ਹ ਕੇ ਆਉਂਦੇ ਆ, ਆਇਲਸ ਕਰਕੇ ਆਉਂਦੇ ਆ, ਮਿਹਨਤੀ ਬੰਦੇ ਨੇ, ਬਿਲਕੁਲ, ਪਰ ਇੱਥੇ ਆ ਕੇ ਨਾ ਇੱਕ ਨਵੇਂ ਤਰ੍ਹਾਂ ਦੀ ਹਵਾ ਚੱਲਦੀ ਹੁੰਦੀ ਆ ਕਿ ਤੁਸੀਂ LMA ਲੈ ਲਓ, ਤੁਸੀਂ ਵਰਕ ਪਰਮਿਟ ਤੇ ਹੋ ਜਾਓ। ਉਹਨਾਂ ਨੂੰ ਵੀ ਹੁੰਦਾ ਕਿ ਕਿੱਥੇ 2 ਸਾਲ ਫੀਸਾਂ ਦੇਵਾਂਗੇ। ਹਾਂਜੀ, ਉਹਦੇ ਬਾਰੇ ਤੁਹਾਡਾ, ਜਿਹੜੇ ਨਵੇਂ ਸਟੂਡੈਂਟ ਆਉਂਦੇ ਨੇ ਜਿਨ੍ਹਾਂ ਨੂੰ ਅਜੇ ਕੈਨੇਡਾ ਦਾ ਪੂਰੀ ਤਰ੍ਹਾਂ ਪਤਾ ਨਹੀਂ ਹੁੰਦਾ, ਲਾਅ ਦਾ ਪੂਰੀ ਤਰ੍ਹਾਂ ਪਤਾ ਨਹੀਂ ਹੁੰਦਾ, ਪਰ ਉਹ ਇੱਕ ਬਹੁਤ ਸੌਫਟ ਚੀਜ਼ ਲੱਗਦੀ ਆ ਕਿ ਆਹ ਤਾਂ ਕੰਮ ਹੀ ਸੂਤ ਆ ਗਿਆ, ਉਹਦੇ ਬਾਰੇ ਦੱਸਿਓ ਥੋੜ੍ਹਾ ਜਿਹਾ। ਜਦੋਂ ਆਪਾਂ ਇੰਡੀਆ ਤੋਂ ਆਉਂਦੇ ਆ ਨਾ, ਸਾਡੇ ਦਿਮਾਗ ਦੇ ਵਿੱਚ ਪਹਿਲੀ ਗੱਲ ਤਾਂ ਇਹ ਵੇਖ ਕੇ ਆਉਂਦੇ ਆਪਣੇ ਫਰੈਂਡਸ ਨੂੰ, ਫਰੈਂਡ ਸਰਕਲ ਨੂੰ, ਕਿੰਨੇ ਕਾਰੀ ਕਾਰ ਰੱਖੀ ਆ, ਕਿਸ ਤਰ੍ਹਾਂ ਉਹ ਤਰੱਕੀ ਕਰ ਰਿਹਾ ਜਾਂ ਕੀ ਆ, ਇਹਨਾਂ ਨੂੰ ਉਹਨਾਂ ਦਾ ਸਕੈਜੂਲ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਪੈਸੇ ਕਮਾ ਰਹੇ ਨੇ ਜਾਂ ਕਿੱਦਾਂ ਪੈਸੇ ਕੱਢ ਰਹੇ ਨੇ ਉਸ ਚੀਜ਼ ਲਈ। ਜਦੋਂ ਇਹ ਕੈਨੇਡਾ ਲੈਂਡ ਹੁੰਦੇ ਨੇ, ਜਿਵੇਂ ਮੈਂ ਪਹਿਲਾਂ ਵੀ ਇੱਕ ਸ਼ੋਅ 'ਚ ਕਿਹਾ ਸੀਗਾ ਕਿ ਜਿਹੜੇ ਗ੍ਰੇਡ 12th ਵਾਲੇ ਨੇ ਜਦੋਂ ਇੱਥੇ ਆ ਕੇ ਪੜ੍ਹਾਈ ਸ਼ੁਰੂ ਕਰਦੇ ਨੇ, ਉਹ ਬੜੇ ਆਪਣੇ ਘਰ ਦੇ ਕਲਚਰ 'ਚ ਰਹੇ ਹੁੰਦੇ ਨੇ। ਕੋਈ ਮਾਂ ਦਾ ਲਾਡਲਾ ਹੁੰਦਾ, ਕੋਈ ਪਿਓ ਦਾ ਲਾਡਲਾ ਹੁੰਦਾ,
ਉਹ ਕੀ ਕਹਿੰਦੇ ਆ, ਉਹਨਾਂ ਨੂੰ ਐਕਸਪੋਜ਼ਰ ਨਹੀਂ ਮਿਲਿਆ ਹੁੰਦਾ ਲਾਈਫ ਦਾ ਜੀ। ਜਿਹੜੇ ਯੂਨੀਵਰਸਿਟੀ ਗ੍ਰੈਜੂਏਟ ਹੁੰਦੇ ਨੇ ਉਹ ਥੋੜਾ ਬਹੁਤਾ ਯੂਨੀਵਰਸਿਟੀ ਪੜ੍ਹੇ ਹੁੰਦੇ ਨੇ, ਪਾਕਟ ਮਨੀ ਖਰਚੀ ਹੁੰਦੀ ਆ, ਉਹਨਾਂ ਨੂੰ ਪਤਾ ਹੁੰਦਾ ਮੰਥਲੀ ਇੰਨਾ ਖਰਚਾ ਆ, ਇੰਨਾ ਘਰੋਂ ਲੈ ਕੇ ਜਾਣਾ, ਇੰਨਾ ਮੈਂ ਚੋਰੀ ਪਿਓ ਕੋਲ ਲੈਣਾ ਜਾਂ ਮਾਂ ਕੋਲ ਲੈਣਾ, ਪਰ ਇੰਨੇ ਖਰਚਣੇ ਜੀ। ਇਹਨਾਂ ਨੂੰ ਨਹੀਂ ਇਸ ਚੀਜ਼ ਦੀ ਸੈਂਸ ਹੁੰਦੀ ਕਿਉਂਕਿ ਇਹ ਛੋਟੇ ਨੇ, ਲਾੜਲੇ ਨੇ। ਉਹ ਜਦੋਂ ਇੱਥੇ ਆਉਂਦੇ ਨੇ ਇਹਨਾਂ ਨੂੰ GIC ਉਪਲਬਧ ਹੁੰਦੀ ਹੈ, ਪਲੱਸ ਇਹਨਾਂ ਦੀਆਂ 2 ਸਾਲਾਂ ਦੀਆਂ ਸਾਲ ਦੀ ਫੀਸ ਪੇਡ ਹੁੰਦੀ ਹੈ ਕਿਉਂਕਿ ਉਹ ਪ੍ਰੋਗਰਾਮ ਦਾ ਹਿੱਸਾ ਆ। ਇੱਥੇ ਆ ਕੇ ਇਹ ਜਦੋਂ ਐਕਸਪੋਜ਼ਡ ਹੁੰਦੇ ਨੇ ਤੇ ਇੰਡੀਪੈਂਡੈਂਟ ਹੁੰਦੇ ਨੇ, ਇਹਨਾਂ ਤੇ ਪੀਅਰ ਪ੍ਰੈਸ਼ਰ ਬਹੁਤ ਹੁੰਦਾ ਆ ਚੀਜ਼ਾਂ ਲੈਣ ਦਾ, ਅਪਣਾਉਣ ਦਾ, ਬੇਸਿਕਲੀ ਕਿ ਮੈਂ ਇਹਦਾ ਓਨਰ ਆ ਜੀ, ਮੇਰੇ ਕੋ ਕਾਰ ਆ ਤੇ ਕਾਰ ਮੇਰੇ ਕੋ ਵਧੀਆ ਆ, ਮੈਂ ਉਹਦਾ ਓਨਰ ਆ। ਇਹ ਗਲਤੀ ਮੈਂ ਵੀ ਕੀਤੀ ਸੀ ਜਦੋਂ ਮੈਂ ਸਟੂਡੈਂਟ ਆਇਆ ਸੀ ਤੇ ਪਹਿਲੀ ਗੱਡੀ ਮੈਂ ਜਿਹੜੀ ਲਈ ਸੀ ਉਹ $1700 ਦੀ ਸੀਗੀ ਜੀ, ਤੇ ਮੈਂ ਇਸੇ ਮੂੰਹ ਨੂੰ ਲੈ ਲਈ ਸੀਗੀ ਕਿ ਇਹਦੇ 'ਚ ਸਨਰੂਫ ਲੱਗਾ। ਅੱਛਾ ਜੀ। ਕਿਉਂਕਿ ਮੈਂ ਇੰਡੀਆ 'ਚ ਉਦੋਂ ਸਨਰੂਫ ਵਾਲੀ ਗੱਡੀ 'ਚ ਨਹੀਂ ਸੀ ਕਦੀ ਬੈਠਾ ਜੀ, ਸੋ ਇਹ ਮੇਰੀ ਗਲਤੀ ਸੀਗੀ। ਉਹ ਗੱਡੀ ਨੇ ਮੇਰਾ $4000-5000 ਬਾਅਦ 'ਚ ਲਵਾਇਆ 3 ਮਹੀਨੇ 'ਚ, ਤੇ ਮੈਂ ਫਿਰ 250 ਦੀ ਵੇਚੀ। ਠੀਕ ਹੈ। ਉਹ ਵੀ ਕੈਟਲਿਕ ਕਨਵਰਟਰ ਕਰਕੇ। ਠੀਕ ਹੈ ਜੀ। ਸੋ ਇਹ ਇੱਕ ਬਹੁਤ ਗਲਤੀ ਕਰਦੇ ਨੇ। ਸੋ ਬੇਸਿਕਲੀ ਇਹਨਾਂ ਦਾ ਮੇਨ ਹੈਗਾ ਕਿ ਇਹਨਾਂ ਨੂੰ ਗਾਈਡੈਂਸ ਨਹੀਂ ਹੈਗੀ। ਜਦੋਂ ਵੀ ਕੋਈ ਗ੍ਰੇਡ 12th ਇੱਥੇ ਆਉਂਦਾ ਆ, ਉਹ ਕਹਿੰਦਾ ਕਿ ਮੈਂ LMI ਲੈਣੀ ਆ ਜਾਂ ਮੈਂ ਵਰਕ ਪਰਮਿਟ ਲੈਣਾ ਆ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਫੁੱਲ ਟਾਈਮ ਕੰਮ ਕਰੂੰਗਾ, ਮੈਂ ਪਤਾ ਨਹੀਂ ਕਿੰਨੇ ਕੁ ਪੈਸੇ ਜੋੜ ਲੂੰਗਾ, ਮੈਂ ਜ਼ਿੰਦਗੀ ਚੇਂਜ ਕਰ ਦੂੰਗਾ ਆਪਣੀ ਵੀ, ਘਰਦਿਆਂ ਦੀ ਵੀ, ਸਾਲ ਦੇ ਵਿੱਚ ਹੀ। ਉਹ ਉਹਨਾਂ ਦਾ ਵਹਿਮ ਆ, ਇੱਦਾਂ ਦਾ ਕੁਝ ਨਹੀਂ ਹੁੰਦਾ। ਠੀਕ ਹੈ ਸੰਧੂ ਸਾਹਿਬ, ਮੈਂ 1 ਮਿੰਟ ਲਈ ਤੁਹਾਨੂੰ ਰੋਕਦਾ। ਜਾਣੀ ਕਿ ਹੁਣ ਤੱਕ ਜਿਹੜੀ ਆਪਣੀ ਗੱਲ ਚੱਲੀ ਆ ਕਿ ਜਿਹੜੇ 12ਵੀਂ ਜਮਾਤ ਪਾਸ ਕਰਕੇ ਆਉਂਦੇ ਆ, ਕਿਉਂਕਿ ਆਪਾਂ ਨੂੰ ਮਾਪਿਆਂ ਨੇ ਵੀ ਸੁਣਨਾ ਹੈ, ਬਿਲਕੁਲ ਜਿਹੜਾ ਬੱਚਾ ਹੁਣ 12ਵੀਂ ਜਮਾਤ ਪਾਸ ਕਰਕੇ ਆਉਂਦਾ ਉਹ ਬਿਲਕੁਲ ਕਾਨੂੰਨੀ ਤਰੀਕੇ ਆਉਂਦਾ, ਪਰ ਇੱਥੇ ਆ ਕੇ ਇੱਕਦਮ ਦਰਵਾਜ਼ੇ ਸਾਰੇ ਹੀ ਖੁੱਲ੍ਹਦੇ ਆ ਕਿ ਬੱਚਾ ਕੰਮ ਕਰਦਾ, 4 ਪੈਸੇ ਵੀ ਆਉਂਦੇ, ਫਿਰ ਉਹਦੇ ਮਨ 'ਚ ਹੁੰਦਾ ਕਿ ਮੈਂ ਕਾਰ ਰੱਖਾਂ, ਕਿਉਂਕਿ ਆਲੇ ਦੁਆਲੇ ਦੇਖ ਕੇ ਥੋੜਾ ਜਿਹਾ ਪ੍ਰਭਾਵ ਸਾਥੀਆਂ ਦਾ, ਜਿਹੜਾ ਤੁਸੀਂ ਪੀਅਰ ਪ੍ਰੈਸ਼ਰ ਕਿਹਾ ਕਿ ਸਾਥੀਆਂ ਦਾ ਪ੍ਰਭਾਵ ਜਾਣੀ ਉਹਦੇ ਤੇ ਪੈ ਗਿਆ। ਹੁਣ ਇਹ ਮੈਂ ਫਿਰ ਉੱਥੇ ਹੀ ਆਉਣਾ ਕਿ ਤੁਸੀਂ ਕਿਹਾ ਕਿ ਬੱਚੇ ਨੂੰ ਕਈ ਵਾਰੀ ਇਦਾਂ ਦੀ ਆਪਸ਼ਨ ਮਿਲ ਜਾਂਦੀ ਹੈ ਕਿ ਤੂੰ ਭਾਈ ਛੱਡ ਪਰਾਂ ਪੜ੍ਹਾਈ, ਕਲਾਸਾਂ ਲਾਉਣ ਜਾਣਾ, ਫੁੱਲ ਟਾਈਮ ਕੰਮ ਕਰਕੇ ਇੰਨੇ ਰੁਪਈਏ ਆ ਜਾਣੇ, ਬੰਦਾ ਕੈਲਕੂਲੇਟ ਬਹੁਤ ਕਰਦਾ ਛੇਤੀ ਆ ਕੇ। ਹੁਣ ਉਹ ਕੰਮ ਕਰ ਲੈਣਾ ਚਾਹੀਦਾ ਜਾਂ ਨਹੀਂ ਕਰ ਲੈਣਾ ਚਾਹੀਦਾ, ਨੁਕਸਾਨ ਨਫੇ ਕੀ ਹੈ? ਦੇਖੋ 2 ਸਵਾਲ ਨੇ। ਜਦੋਂ ਵੀ ਅਸੀਂ ਕਿਸੇ ਤੋਂ ਸਲਾਹ ਲੈਂਦੇ ਆ ਤੇ ਉਹ ਕਹਿੰਦਾ ਕਿ ਤੂੰ LMI ਲੈ ਸਕਦਾ। LMI ਕੋਈ ਵੀ ਲੈ ਸਕਦਾ, ਸਕਿਲਡ, ਅਨਸਕਿਲਡ, ਡਿਪੈਂਡਿੰਗ ਔਨ ਯੋਰ ਵਰਕ ਐਕਸਪੀਰੀਅੰਸ, ਐਜੂਕੇਸ਼ਨ। ਤੁਸੀਂ LMI ਲੈ ਸਕਦੇ ਹੋ, ਵਰਕ ਪਰਮਿਟ ਲੈ ਸਕਦੇ ਹੋ ਤੇ ਕੰਮ ਕਰ ਸਕਦੇ ਹੋ ਜੀ। ਹੁਣ ਦੂਜਾ ਕੁਐਸਚਨ ਇਹ ਆ, ਇੱਕ ਮੈਂ ਤੁਹਾਨੂੰ ਸਵਾਲ ਪੁੱਛਿਆ ਕਿ ਭਾਜੀ ਇੱਥੇ ਪੱਕੇ ਹੋਣ ਦਾ ਤਰੀਕਾ ਕੀ, ਤੁਸੀਂ ਕਿਹਾ ਕਿ LMI ਲਓ ਤੇ 1 ਸਾਲ ਕੰਮ ਕਰੋ, ਫਿਰ ਤੁਸੀਂ PR ਦੀ ਫਾਈਲ ਲਾ ਸਕਦੇ ਹੋ, ਜਿਹੜਾ ਕਿ ਬਹੁਤੇ ਲੋਕੀ ਸਮਝਦੇ ਆ। ਪਰ ਇਸ ਤੋਂ ਅਗਲਾ ਸਵਾਲ ਕੋਈ ਨਹੀਂ ਪੁੱਛਦਾ ਕਿ ਸਾਲ ਬਾਅਦ ਮੇਰੇ ਪੁਆਇੰਟ ਬਣਨਗੇ PR ਲਾਉਣ ਲਈ ਕਿ ਨਹੀਂ। ਹੁਣ ਜਿਹੜਾ ਬੰਦਾ ਆਲਰੇਡੀ ਗ੍ਰੇਡ 12th ਆ ਤੇ ਆਉਂਦੇ ਨੇ ਵਰਕ ਪਰਮਿਟ ਲੈ ਲਿਆ, ਉਹਦੇ ਮੋਸਟ ਲਾਈਕਲੀ ਪੁਆਇੰਟ ਨਹੀਂ ਬਣਨੇ ਸਾਲ ਬਾਅਦ। ਜਾਣੀ ਮੈਂ ਫਿਰ ਤੁਹਾਨੂੰ ਰੋਕਦਾ, ਮਾਫ ਕਰਨਾ, ਮੈਂ ਬ੍ਰੇਕ ਇਸ ਕਰਕੇ ਮਾਰਿਆ ਕਿ +2 ਵਾਲਾ ਬੱਚਾ ਆਇਆ, ਉਹਨੇ 2-3 ਮਹੀਨੇ ਪੜ੍ਹਿਆ ਸੀ, ਕਿਸੇ ਨੇ ਉਹਨੇ ਪੁੱਛਿਆ ਜਾ ਕੇ ਜੀ ਮੈਂ ਪੱਕਾ ਹੋਣਾ ਛੇਤੀ ਹੈਗਾ ਤਰੀਕਾ, ਉਹ ਕਹਿੰਦੇ ਜੀ ਤੂੰ ਇਦਾਂ ਕਰ LMA ਲੈ ਲਾ, ਮੁੜ ਕੇ ਵਰਕ ਪਰਮਿਟ ਤੋਂ ਬਾਅਦ ਫਿਰ ਤੂੰ ਫਾਈਲ ਲਾ ਦੇਣੀ। ਆ ਪੁਆਇੰਟਾਂ ਵਾਲਾ ਗੇੜਾ ਜਿਹਾ ਕੀ ਆ ਇਹ? ਜਾਣੀ ਮੇਰੇ ਲਈ ਵੀ ਨਵਾਂ ਹੀ ਮੰਨ ਕੇ ਚੱਲੋ ਤੁਸੀਂ। ਸੋ ਬੇਸਿਕਲੀ ਹੁੰਦਾ ਕੀ ਹੈ ਕਿ ਵਰਕ ਪਰਮਿਟ ਲੈਣਾ ਇੱਕ ਹਿੱਸਾ ਆ ਇਹ ਸਾਰੇ ਪ੍ਰੋਸੈਸ ਦਾ। ਵਰਕ ਪਰਮਿਟ ਕੋਈ ਵੀ ਲੈ ਸਕਦਾ, ਡਿਪੈਂਡਿੰਗ ਔਨ देयर ਵਰਕ ਐਕਸਪੀਰੀਅੰਸ ਤੇ ਐਜੂਕੇਸ਼ਨ। ਉਹ ਹਿੱਸਾ ਪੂਰਾ ਹੋ ਗਿਆ, ਇੰਪਲੋਇਰ ਨੇ LMI ਦੇਤੀ, ਤੁਸੀਂ ਵਰਕ ਪਰਮਿਟ ਲੈ ਲਿਆ, ਆਲ ਡਨ। ਹੁਣ ਤੁਸੀਂ ਡੇ ਟੂ ਡੇ 'ਚ ਆਪਣੇ ਸਕੈਜੂਲ 'ਚ ਪੈ ਕੇ ਕੰਮ ਕਰੀ ਜਾ ਰਹੇ ਹੋ। ਹੁਣ ਜਦੋਂ ਤੁਹਾਡੀ ਫਾਈਲ ਲੱਗਣੀ ਆ, ਉਹ ਜਾਂ ਪ੍ਰੋਵਿੰਸ਼ੀਅਲ ਪ੍ਰੋਗਰਾਮ ਥੱਲੇ ਲੱਗਣੀ ਆ ਜਾਂ ਐਕਸਪ੍ਰੈਸ ਐਂਟਰੀ ਫੈਡਰਲ ਪ੍ਰੋਗਰਾਮ ਥੱਲੇ ਲੱਗਣੀ। ਦੋਨਾਂ ਪ੍ਰੋਗਰਾਮਾਂ 'ਚ ਫਾਈਲ ਲਾਉਣ ਲਈ ਤੁਹਾਡੇ ਇਨਫ ਪੁਆਇੰਟਸ ਹੋਣੇ ਚਾਹੀਦੇ ਨੇ। ਅੱਛਾ, ਤੁਸੀਂ ਨੰਬਰ ਕਰਨੇ ਇੱਕ ਗੇੜ ਤੱਕ ਇੰਨੇ ਨੰਬਰ ਚਾਹੀਦੇ ਆ। ਉਹ ਪੁਆਇੰਟਸ ਤੁਹਾਡੀ ਐਜੂਕੇਸ਼ਨ ਤੋਂ ਆਉਣੇ ਨੇ, ਤੁਹਾਡੇ ਪਾਸਟ ਵਰਕ ਐਕਸਪੀਰੀਅੰਸ ਤੋਂ ਆਉਣੇ ਨੇ, ਤੁਹਾਡੇ ਕੈਨੇਡੀਅਨ ਵਰਕ ਐਕਸਪੀਰੀਅੰਸ ਤੋਂ ਆਉਣੇ ਨੇ, ਤੁਹਾਡੇ ਇੰਗਲਿਸ਼ ਦੇ ਸਕੋਰ ਤੋਂ ਆਉਣੇ ਨੇ ਤੇ ਤੁਹਾਡੀ ਏਜ ਤੋਂ ਵੀ ਆਉਣੇ ਨੇ। ਠੀਕ ਹੈ। ਸੋ ਇਸ ਕਰਕੇ ਜਿਹੜੇ ਗ੍ਰੇਡ 12th ਪਾਸ ਆਊਟ ਨੇ ਉਹਨਾਂ ਨੂੰ ਐਜੂਕੇਸ਼ਨ ਦੇ ਪੁਆਇੰਟ ਨਹੀਂ ਮਿਲਦੇ ਤੇ ਉਹ ਕਾਫੀ ਸੈਟਬੈਕ ਮਾਰਦਾ ਆ ਉਹਨਾਂ ਦੀ ਪ੍ਰੋਫਾਈਲ। ਵਰਕ ਐਕਸਪੀਰੀਅੰਸ ਵੀ ਨਹੀਂ ਹੁੰਦਾ, ਜਿਹੜਾ ਬੱਚਾ ਛੋਟਾ ਹੀ ਆ ਗਿਆ। ਹਾਂਜੀ, ਵਰਕ ਐਕਸਪੀਰੀਅੰਸ ਪਾਸਟ ਨਹੀਂ ਹੁੰਦਾ, ਕੈਨੇਡੀਅਨ ਤੇ 1 ਸਾਲ ਦਾ ਇਕੱਠਾ ਕਰ ਲੈਂਦੇ ਨੇ। ਸੋ ਇਸ ਕਰਕੇ ਉਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਇੰਨੀ ਸਟਰੋਂਗ ਨਹੀਂ ਰਹਿੰਦੀ। ਇਹੋ ਇੱਕ ਬੰਦਾ ਗ੍ਰੈਜੂਏਟ ਆਇਆ ਹੋਵੇ ਇੰਡੀਆ ਤੋਂ ਤੇ ਉਹਨੂੰ ਇਦਾਂ ਦੀ ਆਪਸ਼ਨ ਮਿਲੇ ਤੇ ਉਹ ਲਵੇ ਆਪਸ਼ਨ ਵਰਕ ਪਰਮਿਟ ਦੀ, ਉਹਦੀ ਫਿਰ ਵੀ ਪ੍ਰੋਫਾਈਲ ਕਈ ਹਿੱਸੇ ਬਿਹਤਰ ਹੋਊਗੀ ਇੱਕ ਗ੍ਰੇਡ 12th ਪਾਸ ਆਊਟ ਵਰਕ ਪਰਮਿਟ ਵਾਲੇ ਤੋਂ। ਸੰਧੂ ਸਾਹਿਬ ਮੈਨੂੰ ਦੱਸਿਓ, ਜਾਣੀ ਕਿਸੇ ਨੂੰ ਇਹ ਲੱਗੂਗਾ, ਅਸੀਂ ਵਿਦਿਆਰਥੀਆਂ ਨੂੰ ਇਹ ਨਹੀਂ ਕਹਿੰਦੇ ਕਿ ਭਾਈ ਤੁਸੀਂ ਇਹ ਕੰਮ ਨਾ ਕਰੋ, ਜਾਣੀ ਉਹਦੇ ਸਿੱਟੇ ਕੀ ਨਿਕਲ ਸਕਦੇ ਆ, ਆਪਾਂ ਉਹਦੀ ਗੱਲ ਕਰਦੇ ਹਾਂ। ਕੀ ਕੋਈ ਇਦਾਂ ਦਾ ਬੱਚਾ ਕਦੇ, ਕਿਉਂਕਿ ਤੁਸੀਂ ਇਮੀਗ੍ਰੇਸ਼ਨ ਦਾ ਹੀ ਕੰਮ ਕਰਦੇ ਹੋ ਹੁਣ ਇਸੇ ਫੀਲਡ ਦੇ ਵਿੱਚੋਂ, ਰੋਜ਼ ਮਾੜੇ ਚੰਗੇ ਸਾਰਿਆਂ ਨਾਲ ਵਾਹ ਪੈਂਦਾ, ਕਦੇ ਕੋਈ ਬੱਚਾ ਇਦਾਂ ਦਾ ਨੋਟਿਸ ਦੇ ਵਿੱਚ ਵੀ ਆਇਆ ਵੀ ਜਿਹਨੇ ਪੜ੍ਹਾਈ ਛੱਡ ਦਿੱਤੀ ਹੋਵੇ, ਵਰਕ ਪਰਮਿਟ ਲੈ ਲਿਆ ਹੋਵੇ, ਮੁੜ ਕੇ ਜਦੋਂ ਫਾਈਲ ਲਾਉਣੀ ਆ ਤਾਂ ਪੁਆਇੰਟ ਪੂਰੇ ਨਾ ਹੋਏ ਹੋਣ? ਹਾਂਜੀ, ਇਹਦਾ ਹੁਣ ਜਿਵੇਂ ਤੁਹਾਨੂੰ ਦੱਸਿਆ ਕਿ ਪੇਅਰ ਪ੍ਰੈਸ਼ਰ ਕਰਕੇ ਯੰਗ ਆ ਕੇ ਵਰਕ ਪਰਮਿਟ ਲੈਣ ਦੀ ਕੋਸ਼ਿਸ਼ ਕਰਦੇ ਆ ਜਾਂ ਲੈ ਲੈਂਦੇ ਆ, ਫਿਰ ਇਹ ਯੰਗ ਨੇ ਐਕਸਪੋਜ਼ ਹੋ ਜਾਂਦੇ ਨੇ ਐਕਸਪਲੋਇਟੇਸ਼ਨ ਨੂੰ।
ਓਕੇ ਕਿਉਂਕਿ ਪਹਿਲਾਂ ਤੇ ਪਤਾ ਹੀ ਨਹੀਂ ਕਿ ਕੰਮ ਕਿੱਦਾਂ ਕਰਨਾ, ਮੁੜ ਕੇ ਤੁਸੀਂ ਆਪ ਹੀ LMI ਇਸ ਉਮਰ 'ਚ ਲੈ ਕੇ ਤੇ ਹੁਣ EMPLOYER ਨੇ ਤੁਹਾਨੂੰ ਐਕਸਪਲੋਇਟ ਕੀਤਾ ਜਾਂ ਕਿਸੇ ਵੀ ਗੱਲੋਂ ਐਕਸਪਲੋਇਟ ਹੋਏ, ਇਹਨਾਂ ਨੂੰ ਰਾਈਟਸ ਦਾ ਨਹੀਂ ਪਤਾ ਜੀ, ਜਾਂ ਫਿਰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਮੰਡੇ ਟੂ ਫਰਾਈਡੇ ਇੰਨੇ ਬਿਜ਼ੀ ਹੋ ਜਾਂਦੇ ਆ ਕੰਮ ਕਰਨ ਦੇ ਵਿੱਚ। ਮੇਰੇ ਕੋ ਨਾ ਇੱਕ ਵਾਰੀ ਕਈ ਕਲਾਇੰਟ ਆਉਂਦੇ ਨੇ ਸਾਡੇ ਕੋਲ ਤੇ ਉਹ ਕਹਿੰਦੇ ਨੇ ਸਾਡੇ ਕੋਲ ਜੀ ਅਸੀਂ ਸਟੱਡੀ ਛੱਡੀ ਨੂੰ ਸਾਲ ਹੋ ਗਿਆ, ਅਸੀਂ ਛੱਡੀ ਇਸ ਕਰਕੇ ਸੀਗੀ ਕਿਉਂਕਿ ਪੈਸੇ ਨਹੀਂ ਸੀ ਹੈਗੇ ਫੀਸ ਦੇ। ਮੈਂ ਕਿਹਾ ਓਕੇ, ਫਿਰ ਇਸ ਸਾਲ 'ਚ ਕੀ ਕੀਤਾ? ਕੰਮ ਕੀਤਾ ਭਾਜੀ। ਅੱਛਾ ਕੰਮ ਕੀਤਾ। ਮੈਂ ਕਿਹਾ ਹੁਣ ਦੱਸ ਤੇਰੇ ਅਕਾਊਂਟ 'ਚ ਕਿੰਨੇ ਪੈਸੇ ਆ? ਭਾਜੀ ਅਕਾਊਂਟ 'ਚ ਤੇ ਕੁਝ ਨਹੀਂ ਹੈਗਾ। ਸੋ ਉਹ ਹੁੰਦਾ ਕੀ ਹੈ ਕਿ ਜਦੋਂ ਤੁਸੀਂ 5 ਦਿਨ ਕੰਮ ਕਰਦੇ ਹੋ ਤੇ ਤੁਸੀਂ ਕੋਸ਼ਿਸ਼ ਕਰਦੇ ਹੋ ਕਿ 7 ਦਿਨ ਮੈਂ ਸ਼ਾਮ ਨੂੰ ਕੁਛ ਨਾ ਕੁਛ ਇਹੋ ਜਿਹਾ ਕਰਾਂ ਜਿਹਦੇ ਨਾਲ ਮੈਂ 5 ਦਿਨ ਕੰਮ ਕਰਨ ਜੋਗਾ ਹੋਵਾਂ। ਬੇਸਿਕਲੀ ਮੈਂ ਐਂਟਰਟੇਨਮੈਂਟ ਕਰਾਂ ਕਿਸੇ ਵੀ ਤਰੀਕੇ ਦਾ, ਸ਼ਾਪਿੰਗ ਹੋ ਸਕਦੀ ਹੈ, ਘੁੰਮਣਾ ਫਿਰਨਾ ਹੋ ਸਕਦਾ, ਕੁਝ ਖਾਣਾ ਪੀਣਾ ਵੀ ਹੋ ਸਕਦਾ। ਸੋ ਬੇਸਿਕਲੀ ਜਿੰਨੇ ਤੁਸੀਂ ਪੈਸੇ ਜੋੜਦੇ ਹੋ ਉਨੇ ਹੀ ਤੁਸੀਂ ਵੱਧ ਖਰਚਣੇ ਸ਼ੁਰੂ ਕਰ ਦਿੰਦੇ ਹੋ। ਵੇਅਰ ਐਜ਼ ਇੱਕ ਜਿਹੜਾ ਸਟੂਡੈਂਟ ਆ ਜਿਹਨੂੰ 20 ਘੰਟੇ ਅਲਾਉਡ ਆ ਕੰਮ ਕਰਨਾ, ਜਿਹੜਾ ਕਿ ਵੈਸੇ ਥੋੜਾ ਆ, ਉਹ ਜਦੋਂ ਪੜ੍ਹਦਾ ਆ ਉਹ 3-4 ਦਿਨ ਕਾਲਜ ਜਾਂਦਾ ਆ, ਉਹਦਾ ਇੱਕ ਸਰਟਨ ਟਾਈਮ ਹੁੰਦਾ ਆ ਜਿਹਦੇ 'ਚ ਉਹਨੇ ਕੰਮ ਕਰਨਾ ਤੇ ਉਹਦੇ ਕੋਲ ਉਨਾ ਕੀ ਟਾਈਮ ਬਚਦਾ ਖਰਚਣ ਲਈ ਵੀ। ਹੁਣ ਜਿਹੜਾ ਬੰਦਾ ਕਾਲਜ ਜਾਊਗਾ ਮੋਸਟਲੀ ਮੰਡੇ ਟੂ ਫਰਾਈਡੇ ਸਿਰਫ ਕਾਫੀ ਤੇ ਹੀ ਪੈਸੇ ਖਰਚੂਗਾ, ਹੋਰ ਕਿਸੇ ਚੀਜ਼ ਤੇ ਨਹੀਂ ਖਰਚੂਗਾ ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ। ਨਾਲੇ ਜਦੋਂ ਤੁਸੀਂ ਕਾਲਜ ਜਾਂਦੇ ਹੋ ਤੁਸੀਂ ਇਸ ਕਲਚਰ 'ਚ ਜਿਹਦੇ 'ਚ ਤੁਸੀਂ ਆਏ ਹੋ ਕੈਨੇਡਾ 'ਚ, ਤੁਸੀਂ ਇਹਦਾ ਐਕਸਪੋਜ਼ਰ ਲੈਂਦੇ ਹੋ, ਉਹ ਆਪਣੇ ਅੰਦਰ ਪਾਉਂਦੇ ਹੋ ਤੇ ਆਪਣੇ ਆਪ ਨੂੰ ਡਿਵੈਲਪ ਕਰਦੇ ਹੋ। ਜਦੋਂ 2 ਸਾਲ ਪੜ੍ਹਾਈ ਖਤਮ ਕਰ ਲੈਂਦੇ ਹੋ ਤੁਸੀਂ ਬਹੁਤ ਵਧੀਆ ਸਟੇਜ ਤੇ ਹੁੰਦੇ ਹੋ ਇਨ ਟਰਮਸ ਆਫ ਯੂਰ ਪ੍ਰੋਫਾਈਲ, ਕਿਉਂਕਿ ਤੁਸੀਂ ਐਜੂਕੇਟਿਡ ਹੋਗੇ, ਕੈਨੇਡੀਅਨ ਐਜੂਕੇਟਿਡ ਹੋਗੇ, ਤੁਹਾਨੂੰ ਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ ਕਿ ਤੁਹਾਡੀਆਂ ਕੀ ਰਾਈਟਸ ਨੇ ਕੀ ਰੋਂਗ ਨੇ, ਕਿਉਂਕਿ ਤੁਸੀਂ ਉਹ ਚੀਜ਼ ਨਾਲ ਰੋਜ਼ ਡੀਲ ਕਰਦੇ ਹੋ। ਵੇਅਰ ਐਜ਼ ਆ ਜਦੋਂ ਹੁਣ ਆਨਲਾਈਨ ਕਲਾਸਿਸ ਸੀਗੀਆਂ, ਕਈ ਆਏ ਨੇ ਆਨਲਾਈਨ ਕਲਾਸਾਂ ਲਾ ਕੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਆ ਗਏ ਨੇ। ਕਸੂਰ ਉਹਨਾਂ ਦਾ ਕੋਈ ਨਹੀਂ, ਪਰ ਉਹਨਾਂ ਨੂੰ ਐਕਸਪੋਜ਼ਰ ਮਿਲਿਆ ਨਹੀਂ। ਐਕਸਪੋਜ਼ ਜਾਂ ਤੇ ਬਹੁਤ ਗਲਤ ਮਿਲ ਗਿਆ ਤੇ ਬਹੁਤ ਜ਼ਿਆਦਾ ਮਿਲ ਗਿਆ ਜਾਂ ਮਿਲਿਆ ਹੀ ਨਹੀਂ। ਠੀਕ ਹੈ ਜੀ। ਅੱਛਾ ਸੰਧੂ ਸਾਹਿਬ, ਮੈਨੂੰ ਇੱਕ ਗੱਲ ਦੱਸਿਓ ਕਿ ਇਹ ਤਾਂ ਆਪਾਂ ਇੱਕ ਜਾਣਕਾਰੀ ਦੇ ਦਿੱਤੀ ਕਿ ਭਾਈ ਰਾਹ ਹੈਗਾ, ਗਲਤ ਨਹੀਂ ਹੈ ਵਰਕ ਪਰਮਿਟ ਲੈਣਾ, ਕਾਨੂੰਨੀ ਆ, ਪਰ ਉਹਦੇ ਨਾਲ ਤੁਹਾਡੇ ਕਈ ਰਸਤੇ ਬੰਦ ਹੋ ਜਾਂਦੇ ਤੇ ਅੱਗੇ ਫਾਈਲ ਦਾ ਵੀ ਕੋਈ ਪਤਾ ਨਹੀਂ ਉਹ ਕਿੱਧਰ ਜਾਵੇ। ਹੁਣ ਮੇਰਾ ਇੱਕ ਸਵਾਲ ਇਹ ਹੈ ਕਿ ਇਹ ਤਾਂ ਸਾਰੀਆਂ ਚੀਜ਼ਾਂ ਇੱਥੇ ਆ ਕੇ ਹੋ ਗਈਆਂ, ਇੱਕ ਜ਼ਰੂਰ ਦੱਸਿਓ ਕਿ ਇੱਥੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦਾ ਬੱਚਾ ਵੀ ਆ ਜਾਂਦਾ, ਜਿਨ੍ਹਾਂ ਦੇ ਪਰਿਵਾਰ ਨੇ ਪਿੱਛੋਂ ਕਰਜ਼ਾ ਚੱਕਿਆ ਜਾਂ ਉਧਾਰ ਫੜਿਆ ਰਿਸ਼ਤੇਦਾਰਾਂ ਤੋਂ। ਇੱਥੇ ਬਹੁਤ ਅਮੀਰ ਪਰਿਵਾਰ ਦਾ ਬੱਚਾ ਵੀ ਆ ਜਾਂਦਾ ਤੇ ਜ਼ਰੂਰੀ ਨਹੀਂ ਅਮੀਰ ਪਰਿਵਾਰ ਦਾ ਬੱਚਾ ਮਾੜਾ, ਪਰ ਕਈ ਵਾਰੀ ਇਦਾਂ ਦਾ ਹੁੰਦਾ ਖੁੱਲ੍ਹਾ ਖੇਡਾਂ ਵਾਲਾ ਕਿ ਉਹਦੇ ਕੋਲੇ ਸਾਧਨ ਵੀ ਬਹੁਤ ਸਾਰੇ ਹੋ ਜਾਂਦੇ ਆ ਤੇ ਜਿਹੜਾ ਦੂਸਰਾ ਬੱਚਾ ਹੁੰਦਾ ਉਹ ਕਈ ਵਾਰੀ ਹੀਣ ਭਾਵਨਾ ਦਾ ਸ਼ਿਕਾਰ ਹੁੰਦਾ, ਯਾਰ ਮੇਰੇ ਕੋਲ ਗੱਡੀ ਹੈ ਨਹੀਂ ਜਾਂ ਮੇਰੇ ਕੋਲੇ ਆਹ ਚੀਜ਼ਾਂ ਹੈ ਨਹੀਂ ਜਾਂ ਮੈਨੂੰ ਤਾਂ ਫੀਸ ਇੱਧਰਲੇ ਪਾਸੋਂ ਕੱਢਣੀ ਪੈਂਦੀ, ਉਹ ਕੰਮ ਨਹੀਂ ਕਰਦਾ। ਹੁਣ ਇੱਥੇ ਬਹੁਤ ਸਾਰੀਆਂ ਚੀਜ਼ਾਂ ਲੀਗਲ ਵੀ ਨੇ ਜਿਹੜੀਆਂ ਕਿ ਖਾਧੀਆਂ ਪੀਤੀਆਂ ਜਾ ਸਕਦੀਆਂ ਨੇ। ਹੁਣ ਉਹ ਸਾਰੀਆਂ ਚੀਜ਼ਾਂ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਬੱਚਾ ਆਉਂਦਾ, ਨਾ ਮੰਮੀ ਨੇ ਝਿੜਕਣਾ ਨਾ ਡੈਡੀ ਨੇ ਝਿੜਕਣਾ ਨਾ ਵੱਡਾ ਭਰਾ ਭੈਣ ਇੱਥੇ ਆ, ਉਹਨਾਂ ਚੀਜ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ? ਤੁਸੀਂ ਵਿਦਿਆਰਥੀ ਰਹੇ ਹੋ, ਤੁਸੀਂ ਸਾਰੇ ਤਰ੍ਹਾਂ ਦੇ ਬੱਚੇ ਦੇਖੇ ਹੋਣੇ ਆ, ਕਿਉਂਕਿ ਭਵਿੱਖ ਖਰਾਬ ਨਾ ਹੋਵੇ ਉਹਦੀ ਕੋਈ ਸਲਾਹ ਜ਼ਰੂਰ ਦਿਓ। ਦੇਖੋ ਇਹ ਸਾਡੇ ਕੋਲ ਬਹੁਤ ਇਦਾਂ ਦੇ ਕੇਸ ਆਉਂਦੇ ਨੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਜੀ। ਮੇਰੇ ਕੋਲ ਇੱਕ ਕੇਸ ਸੀਗਾ ਤੇ ਉਹ ਨਾ ਮੇਰੇ ਪਿੱਛੇ ਪਿਆ ਰਿਹਾ ਕਿ ਮੈਨੂੰ ਰਿਫਿਊਜੀ ਆਈਡੀ ਨਹੀਂ ਮਿਲੀ, ਮੈਨੂੰ ਕਦੋਂ ਮਿਲੂਗੀ ਡਿਲੇ ਸੀਗਾ ਪ੍ਰੋਸੈਸਿੰਗ ਦੇ ਵਿੱਚ। ਇਹਨੂੰ ਕੋਈ ਜ਼ਿਆਦਾ ਉਮਰ ਦਾ ਨਹੀਂ ਹੈ, ਹੀ ਇਜ਼ ਪ੍ਰੋਬਬਲੀ 24-25। ਜਦੋਂ ਰਿਫਿਊਜੀ ਆਈਡੀ ਮਿਲੀ ਤੇ ਮੈਨੂੰ ਕਿਹਾ ਕਿ ਇਹਦੇ ਤੇ ਹੁਣ ਤੂੰ ਆਪਣਾ ਸਭ ਕੁਝ MSP ਸਭ ਕੁਝ ਜੋ ਵੀ ਐਕਟੀਵੇਟ ਕਰਾਉਣਾ ਹੈ ਆਈਡੀਜ਼ ਤੂੰ ਕਰਾ ਸਕਦਾ ਹੈ। ਰਿਫਿਊਜੀ ਆਈਡੀ ਕੀ ਹੁੰਦੀ ਹੈ? ਜਦੋਂ ਤੁਸੀਂ ਰਿਫਿਊਜੀ ਕਲੇਮ ਕਰ ਦਿੰਦੇ ਹੋ, ਤੁਹਾਡਾ ਐਲੀਜੀਬਿਲਿਟੀ ਪਾਸ ਹੋ ਜਾਂਦੀ ਹੈ, ਤੁਹਾਨੂੰ CBS ਇੱਕ ਆਈਡੀ ਦੇ ਦਿੰਦੀ ਹੈ, ਇਟਸ ਪੀਸ ਆਫ ਡਾਕੂਮੈਂਟ, ਔਰ ਰਿਫਿਊਜੀ ਆਈਡੀ ਬਣੀ ਜਾਂਦੀ। ਉਹਦਾ ਮੈਨੂੰ ਫੋਨ ਆਇਆ ਜਿੱਦਣ ਉਹਦੀ ਇੰਟਰਵਿਊ ਸੀਗੀ, ਰਿਫਿਊਜੀ ਆਈਡੀ ਮਿਲਣੀ ਸੀ, ਅੱਧੇ ਘੰਟੇ ਬਾਅਦ ਫੋਨ ਆਇਆ, ਕਹਿੰਦਾ ਭਾਜੀ ਇਹ ਤੇ ਚੱਲਦੀ ਨਹੀਂ। ਮੈਂ ਕਿਉਂ, ਕੀ ਹੋਇਆ? ਮੈਂ ਕਿੱਥੇ ਚਲਾ ਰਿਹਾ ਤੂੰ, ਕਿ ਚੱਲਣੀ ਚਾਹੀਦੀ ਸਾਰੇ ਸਰਕਾਰੀ ਦਫ਼ਤਰਾਂ 'ਚ। ਕਹਿੰਦਾ ਮੈਂ ਭੰਗ ਲੈਣ ਆਇਆ ਸੀਗਾ ਤੇ ਉਹਨਾਂ ਨੇ ਐਕਸੈਪਟ ਨਹੀਂ ਕੀਤੀ। ਸੋ ਇਹ ਮੈਂ ਤੇ ਮੇਰਾ ਆਪਣਾ ਹਾਸਾ ਵੀ ਨਿਕਲਿਆ ਤੇ ਮੈਨੂੰ ਗੁੱਸਾ ਵੀ ਚੜੇ ਜੀ। ਸੋ ਕਾਫੀ ਸਟੂਡੈਂਟਸ ਜਿਹੜੇ ਨੇ, ਜਦੋਂ ਅਗੇਨ ਮੈਂ ਉਹ ਕਹਿ ਰਿਹਾ ਕਿ ਤੁਸੀਂ ਕਿਹਦੇ ਕੋਲ ਆਉਂਦੇ ਹੋ ਜੀ, ਇਹਦੇ 'ਚ ਗਲਤੀ ਉਹਨਾਂ ਦੀ ਨਹੀਂ ਹੈ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਿਹੜੇ ਸਾਨੂੰ ਇੱਥੇ ਸੱਦਦੇ ਨੇ, ਕਿਉਂਕਿ ਉਹ ਵੀ ਵਿਚਾਰੇ ਨਾ ਡਰਦੇ ਆ, ਇਹਨਾਂ ਨੂੰ ਕੁਝ ਕਹੀਏ ਨਾ ਕਿ ਘਰੇ ਸ਼ਿਕਾਇਤ ਨਾ ਕਰਨ ਜਾਂ ਇਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਇਹਨਾਂ ਨੂੰ ਘਰੋਂ ਕੱਢ ਰਹੇ ਹਾਂ, ਹਨਾ, ਤੇ ਇਹ ਫਿਰ ਉਸ ਹਿਸਾਬ ਨਾਲ ਇੰਡੀਆ ਦੱਸਣਗੇ ਜੀ। ਪਰ ਜਿਹੜੇ ਸਰਕਲ 'ਚ ਆਉਂਦੇ ਹੋ ਤੁਸੀਂ, ਉਹ ਬਹੁਤ ਡਿਪੈਂਡ ਕਰਦਾ ਆ। ਮੇਰੇ ਕੋ ਮੈਂ ਇਦਾਂ ਦੇ ਕਲਾਇੰਟ ਦੇਖੇ ਨੇ ਕਿ ਜਿਹੜੇ ਇੱਕ ਬੇਸਮੈਂਟ 'ਚ ਕੰਸਟਰਕਸ਼ਨ ਦਾ ਕੰਮ ਕਰਦੇ ਨੇ, ਸਾਰੇ ਕੰਸਟਰਕਸ਼ਨ ਦਾ ਹੀ ਕਰਦੇ ਨੇ, ਜਿਹੜੇ ਆਪਣਾ ਜੌਬ ਕਰਦੇ ਨੇ ਸਾਰੇ ਜੌਬ ਕਰਦੇ ਨੇ, ਤੇ ਜਿਹੜੇ ਕਹਿੰਦੇ ਨੇ ਇੱਥੇ ਨਹੀਂ ਕੰਮ ਸੈੱਟ ਬਹਿਣਾ, ਆਪਾਂ ਪ੍ਰੋਵਿੰਸ ਚੇਂਜ ਕਰ ਲਈ, ਉਹ ਸਾਰੀ ਪ੍ਰੋਵਿੰਸ ਚੇਂਜ ਕਰਦੇ ਜੀ। ਸੋ ਆਪਣਾ ਤੁਸੀਂ ਸੁਸਾਇਟੀ ਦੇਖੋ, ਤੁਸੀਂ ਸਰਕਲ ਦੇਖੋ, ਤੁਹਾਡੀ ਜਦੋਂ ਤੁਸੀਂ ਐਜ਼ ਅ ਸਟੂਡੈਂਟ ਇੱਥੇ ਆਉਂਦੇ ਹੋ, ਸਟੇਜ ਇਹਨਾਂ ਨੇ ਨਾ ਸਟੇਜ ਬਣਾਈਆਂ ਨੇ ਇਮੀਗ੍ਰੇਸ਼ਨ ਪ੍ਰੋਸੈਸ ਦੀਆਂ, ਜਿਵੇਂ ਇੰਡੀਆ ਤੋਂ ਆਪਾਂ SDS ਪ੍ਰੋਗਰਾਮ 'ਚ ਫਾਈਲ ਲਾਉਂਦੇ ਆ, ਉਹਦੀਆਂ ਇੱਕ ਕੈਟਾਗਰੀ ਆ ਕਿ GIC ਜਮ੍ਹਾਂ ਕਰਾਓ, ਪਹਿਲੇ ਸਾਲ ਦੀ ਫੀਸ ਜਮ੍ਹਾਂ ਕਰਾਓ, ਇੰਨੇ ਆਈਲੈਟਸ 'ਚ ਬੈਂਡ ਲਓ, ਤੁਹਾਡਾ ਸਟੱਡੀ ਪਰਮਿਟ ਆ ਜਾਊਗਾ ਜੀ। ਉਸ ਤੋਂ ਅਗਲੀ ਸਟੇਜ ਇਹਨਾਂ ਦੀ ਹੋਣੀ ਚਾਹੀਦੀ ਹੈ ਕਿ ਆਰਾਮ ਨਾਲ ਸਟੱਡੀ ਕੰਪਲੀਟ ਕਰੋ, ਫੁੱਲ ਟਾਈਮ ਰਹੋ, ਕੋਈ ਬ੍ਰੇਕ ਨਾ ਲਓ ਬਿਨਾਂ ਵਜ੍ਹਾ, ਤੇ ਆਪਣੀ ਪੜ੍ਹਾਈ ਖਤਮ ਕਰਕੇ ਫਿਰ ਤੀਜੀ ਸਟੇਜ ਤੇ ਆਓ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ।
ਜਦੋਂ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਤੋਂ ਇਹ ਟਰੈਕ ਤੋਂ ਉਤਰ ਜਾਂਦੇ ਨੇ, ਭਾਵੇਂ ਉਹ ਰੀਜ਼ਨ ਡਰੱਗਸ ਹੋਵੇ, ਭਾਵੇਂ ਉਹ ਰੀਜ਼ਨ ਐਕਸਪੋਜ਼ਰ ਟੂ ਦ ਐਂਟਰਟੇਨਮੈਂਟ ਵਰਲਡ, ਆਪਣਾ ਗੱਡੀਆਂ ਰੱਖਣੀਆਂ ਜਾਂ ਹੋਰ ਚੀਜ਼ਾਂ ਲਗਜ਼ਰੀ ਚੀਜ਼ਾਂ ਰੱਖਣੀਆਂ, ਉਹ ਫਿਰ ਇਹ ਟਰੈਕ ਤੋਂ ਉੱਤਰੇ ਰਹਿੰਦੇ, ਫਿਰ ਇਹਨਾਂ ਕੋਲ ਚੜਿਆ ਨਹੀਂ ਜਾਂਦਾ ਟਰੈਕ ਤੇ ਛੇਤੀ। ਜੀ ਜੀ ਨਹੀਂ ਠੀਕ ਹੈ ਜੀ। ਸੰਧੂ ਸਾਹਿਬ, ਇੱਕ ਵਾਰੀ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝ ਪਾ ਲਿਆ ਕਿ ਜਸਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਗੱਲਬਾਤ ਇਸ ਕਰਕੇ ਕੀਤੀ ਹੈ ਕਿਉਂਕਿ ਐਜ਼ ਏ ਸਟੂਡੈਂਟ ਆਏ ਸੀ, ਇਸ ਵੇਲੇ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਆ, ਤੇ ਪਿਛਲੇ ਦਿਨੀ ਕਿਡਸ ਪਲੇ ਫਾਊਂਡੇਸ਼ਨ ਦਾ ਪ੍ਰੋਗਰਾਮ ਕੈਲ ਦਸਾਂਝ ਹੋਰਾਂ ਨੇ ਕਰਾਇਆ ਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਤੇ ਜਿਹੜੇ ਫੋਰਨ ਵਰਕਰਸ ਆਏ ਨੇ ਉਹਨਾਂ ਦੇ ਲਈ, ਤੇ ਉੱਥੇ ਅਸੀਂ ਪਹਿਲੀ ਵਾਰ ਇੱਕ ਦੂਜੇ ਨੂੰ ਜਿਹੜਾ ਉਹ ਚੰਦ ਸਕਿੰਟਾਂ ਦੇ ਲਈ ਮਿਲੇ ਸੀ, ਪਰ ਕੁਝ ਗੱਲਾਂ ਕਰਨੀਆਂ ਜ਼ਰੂਰੀ ਸੀ। ਹਾਂ, ਇਹ ਕੋਈ ਵੀ ਨਾ ਸੋਚੇ ਕਿ ਅਸੀਂ ਭਾਈ ਕਿਸੇ ਤੇ ਉਂਗਲੀ ਕਰਦੇ ਹਾਂ। ਬਹੁਤੇ ਇੰਟਰਨੈਸ਼ਨਲ ਸਟੂਡੈਂਟ ਮਿਹਨਤੀ ਨੇ, ਦਿਨ ਰਾਤ ਇੱਕ ਕਰਦੇ ਆ, ਪੜ੍ਹਦੇ ਵੀ ਹੈ, ਮਾਂ-ਬਾਪ ਦੀਆਂ ਆਸਾਂ ਤੇ ਵੀ ਪੂਰੇ ਉਤਰਦੇ ਆ, ਪਰ ਜੇ 0% ਵੀ ਜੇ ਥਿੜਕਦੇ ਆ, ਜੇ ਕਿਸੇ ਨਸ਼ੇ ਪੱਤੇ ਵੱਲ ਜਾਂਦੇ ਆ ਜਾਂ ਪੈਸੇ ਖਰਾਬ ਕਰਦੇ ਆ, ਅਸੀਂ ਤਾਂ ਸਿਰਫ ਉਹਨਾਂ ਦੇ ਮਾਪਿਆਂ ਤੱਕ ਸੁਨੇਹਾ ਪਹੁੰਚਾਉਣਾ ਜਾਂ ਉਹਨਾਂ ਤੱਕ ਪਹੁੰਚਾਉਣਾ ਕਿ ਭਾਈ ਠੀਕ ਤਰੀਕਾ ਆ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੂੰ ਪੂਰਾ ਸਲੂਟ ਹੈ। ਸੰਧੂ ਸਾਹਿਬ, ਇੱਕ ਚੀਜ਼ ਮੈਨੂੰ ਹੁਣ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਮਾਂ-ਬਾਪ ਜਿਹੜੇ ਉੱਥੇ ਬੈਠੇ ਆ, ਹਾਂਜੀ, ਉਹ ਬੱਚਿਆਂ ਨਾਲ ਕਨੈਕਸ਼ਨ ਕਿੱਦਾਂ ਦਾ ਰੱਖਣ, ਕਿਉਂਕਿ ਆਪਾਂ ਸਾਰੀ ਚੀਜ਼ ਨੂੰ ਮੱਦੇ ਨਜ਼ਰ ਰੱਖਣਾ ਕਿ ਉਹਨਾਂ ਤੇ ਵੀ ਪ੍ਰੈਸ਼ਰ ਹੁੰਦਾ ਕਿ ਬੱਚਾ ਪੈਸੇ ਛੇਤੀ ਵਾਪਸ ਕਰੇ, ਬੱਚੇ ਤੇ ਪ੍ਰੈਸ਼ਰ ਹੁੰਦਾ ਮੈਂ ਕੰਮ ਵੀ ਕਰਨਾ, ਇੰਗਲਿਸ਼ ਦੀ ਵੀ ਪ੍ਰੋਬਲਮ ਆਉਂਦੀ ਹੈ ਕਈ ਵਾਰੀ ਕਿ ਜਿੱਦਾਂ ਉਹ ਪੜ੍ਹਾਉਂਦੇ ਨੇ ਕਈ ਵਾਰੀ ਸ਼ੁਰੂਆਤੀ ਦੌਰ 'ਚ ਸਮਝ ਨਹੀਂ ਆਉਂਦਾ, ਜੇ ਜਿਨ੍ਹਾਂ ਦੇ ਨਾਲ ਰਹਿੰਦੇ ਆ ਕਿਉਂਕਿ ਸਾਰਿਆਂ ਦੇ ਰਿਸ਼ਤੇਦਾਰ ਨਹੀਂ ਹੁੰਦੇ। ਹਾਂਜੀ, ਹੁਣ ਕਿਵੇਂ ਚੂਜ਼ ਕੀਤਾ ਜਾਵੇ ਸਾਰਾ ਕੁਝ? ਆਪਾਂ ਇੱਥੇ ਕਾਲਜ ਵੀ ਲੱਭਣਾ, ਸੂਬੇ ਕਿਹੜੇ 'ਚ ਜਾ ਕੇ ਪ੍ਰੋਵਿੰਸ ਦੇ ਵਿੱਚ ਪੜ੍ਹਨਾ, ਉਹ ਬੜੀ ਵੱਡੀ ਸਮੱਸਿਆ ਹੈ। ਫਿਰ ਜਿਹੜਾ ਕੋਰਸ ਚੂਜ਼ ਕਰਨਾ ਕਿਹੜਾ ਹੋਵੇ, ਕੀ ਉਹ ਕੋਰਸ ਅੱਗੇ ਵਰਕ ਪਰਮਿਟ ਦੇ ਵਿੱਚ ਤਬਦੀਲ ਹੁੰਦਾ ਵੀ ਹੈ ਕਿ ਨਹੀਂ ਹੁੰਦਾ, ਇੰਨੀਆਂ ਸਮੱਸਿਆਵਾਂ ਹੁੰਦੀਆਂ ਕਿ ਉੱਥੇ ਬੈਠੇ ਬੰਦੇ ਨੂੰ, ਪਿੰਡ 'ਚ ਬੈਠੇ ਬੰਦੇ ਨੂੰ ਨਹੀਂ ਪਤਾ ਹੁੰਦਾ ਉਹ ਸਾਰੀਆਂ ਚੀਜ਼ਾਂ ਨਾਲ ਡੀਲ ਕਿੱਦਾਂ ਕਰਨਾ। ਤੇ ਫਿਰ ਜਦੋਂ ਬੱਚਾ ਇੱਥੇ ਆ ਜਾਂਦਾ, ਮਾਂ-ਬਾਪ ਆਪਣੇ ਬੱਚੇ ਨਾਲ ਕਿੱਦਾਂ ਕਨੈਕਸ਼ਨ ਰੱਖੇ ਕਿ ਉਹਨੂੰ ਸਾਰਾ ਕੁਝ ਪਤਾ ਲੱਗਦਾ ਰਹੇ ਕਿ ਬੱਚਾ ਕਰਦਾ ਕੀ ਹੈ। ਇਹ ਵੈਸੇ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਕਨੈਕਸ਼ਨ ਕਿੱਦਾਂ ਪੇਰੈਂਟਸ ਬਣਾ ਕੇ ਰੱਖਣ ਜੀ, ਕਿਉਂਕਿ ਜਦੋਂ ਬੱਚੇ ਇੱਥੇ ਆ ਜਾਂਦੇ ਨੇ ਨਾ, ਬੱਚੇ ਪੇਰੈਂਟਸ ਤੋਂ ਸਮਾਰਟ ਹੋ ਜਾਂਦੇ, ਬਹੁਤ ਜ਼ਿਆਦਾ ਸਮਾਰਟ ਹੋ ਜਾਂਦੇ। ਸੋ ਉਹ ਪੇਰੈਂਟਸ ਨੂੰ ਜਿੱਦਾਂ ਮਰਜ਼ੀ ਗੱਲਾਂ ਚਲਾ ਕੇ, ਫੋਰ ਐਗਜ਼ਾਮਪਲ ਕਈ ਵਾਰੀ ਅਸੀਂ ਸਟੂਡੈਂਟਸ ਨੂੰ ਮਿਲਦੇ ਆ ਜਿਹੜੇ ਪੜ੍ਹਦੇ ਨਹੀਂ ਆ ਜਾਂ ਕੁਛ ਨਹੀਂ ਕਰਦੇ, ਤੇ ਉਹ ਘਰੇ ਨਹੀਂ ਦੱਸਦੇ ਕਿ ਅਸੀਂ ਪੜ੍ਹਦੇ ਨਹੀਂ ਆ, ਉਹ ਘਰੇ ਦੱਸਣਗੇ ਕਿ ਅਸੀਂ ਤੇ ਉਸ ਕਾਲਜ 'ਚ ਆ, ਇਹ ਸਾਨੂੰ ਪਾਸ ਹੀ ਨਹੀਂ ਕਰਦਾ। ਮੈਂ ਕਿਹਾ ਇਹ ਕਿਹੜਾ ਕਾਲਜ ਹੁੰਦਾ ਜਿਹੜਾ ਤੁਹਾਨੂੰ ਪਾਸ ਹੀ ਨਹੀਂ ਕਰਦਾ? ਠੀਕ ਹੈ ਜੀ। ਸੋ ਇਹ ਬੜੀ ਤਗੜੀ ਪ੍ਰੋਬਲਮ ਆ। ਜਿਵੇਂ ਹੁਣ ਤੁਸੀਂ ਇੱਕ ਸਭ ਤੋਂ ਮੇਨ ਸਵਾਲ ਪੁੱਛਿਆ ਕਿ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਇਸ ਕਾਲਜ ਦੀ ਪੜ੍ਹਾਈ ਤੋਂ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ ਜੀ। ਇਹਨਾਂ ਦੀ ਇੱਕ ਸਰਕਾਰੀ ਗਵਰਨਮੈਂਟ ਦੀ ਵੈਬਸਾਈਟ ਆ, ਕੀ ਕਹਿੰਦੇ ਆ, ਜਿੱਥੇ ਤੁਸੀਂ DLI ਨੰਬਰ ਹੁੰਦਾ, ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਨੰਬਰ, ਹਰ ਕਾਲਜ ਨੂੰ ਮਿਲਦਾ ਜਿੱਥੇ ਵੀ ਇੰਟਰਨੈਸ਼ਨਲ ਸਟੂਡੈਂਟ ਐਡਮਿਸ਼ਨ ਲੈ ਸਕਦਾ। ਉਹ ਪ੍ਰਾਈਵੇਟ ਕਾਲਜ ਵੀ ਹੋ ਸਕਦਾ ਜਿੱਥੋਂ ਵਰਕ ਪਰਮਿਟ ਨਹੀਂ ਮਿਲਦਾ, ਤੇ ਉਹ ਪਬਲਿਕ ਵੀ ਹੋ ਸਕਦਾ ਜਿੱਥੋਂ ਵਰਕ ਪਰਮਿਟ ਮਿਲਦਾ ਜੀ। ਉਹ DLI ਦਾ ਇੱਕ ਵੈਬਸਾਈਟ ਇਹਨਾਂ ਦੀ ਸਰਕਾਰੀ ਤੇ ਜਾ ਕੇ ਆਪਾਂ ਗੂਗਲ ਤੇ ਸਰਚ ਮਾਰ ਲਈਏ DLI ਇੰਸਟੀਟਿਊਸ਼ਨ, ਤੇ ਪਹਿਲਾ ਲਿੰਕ ਹੀ ਆ ਜਾਣਾ, ਉੱਤੇ ਕਲਿੱਕ ਕਰੋ, ਫਿਰ ਪ੍ਰੋਵਿੰਸ ਸਿਲੈਕਟ ਕਰੋ, ਫਿਰ ਜਿਹੜਾ ਵੀ ਕਾਲਜ ਤੁਹਾਨੂੰ ਤੁਹਾਡੇ ਕੰਸਲਟੈਂਟ ਨੇ ਜਾਂ ਫਿਰ ਰਿਪਰੈਜ਼ੈਂਟੇਟਿਵ ਨੇ ਦੱਸਿਆ ਹੈ ਉਹਨੂੰ ਸਰਚ ਮਾਰੋ, ਉਹਦੇ ਸਾਹਮਣੇ ਲਿਖਿਆ ਆ ਜਾਣਾ ਕਿ ਇੱਥੇ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ। ਇਨ ਟਰਮਸ ਆਫ ਚੋਇਸ ਕਿ ਕਿਹੜਾ ਪ੍ਰੋਗਰਾਮ ਕਰਨਾ ਚਾਹੀਦਾ ਹੈ, ਇੱਥੇ ਮੇਰੀ ਮੰਨਣੀ ਹੈ ਕਿ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਤੁਸੀਂ ਕੀ ਪ੍ਰੋਗਰਾਮ ਕਰਦੇ ਹੋ ਜੀ। ਡਿਪੈਂਡ ਕਰਦਾ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਨਾਲ ਐਕਸਪੀਰੀਅੰਸ ਕਾਹਦੇ 'ਚ ਗੇਨ ਕਰਦੇ ਹੋ। ਮੈਂ ਇੱਦਾਂ ਦੇ ਸਕਸੈਸਫੁਲ ਬੰਦੇ ਵੀ ਵੇਖੇ ਨੇ ਜਿਨ੍ਹਾਂ ਨੇ ਪ੍ਰੋਗਰਾਮ ਬਿਜ਼ਨਸ ਦਾ ਕੀਤਾ ਆ, ਪਰ ਉਹਨਾਂ ਨੇ ਸਕਿੱਲ ਡਿਵੈਲਪ ਕੰਸਟਰਕਸ਼ਨ ਦਾ ਕੀਤਾ, ਐਂਡ ਨਾਓ ਦੇ ਆਰ ਮੇਕਿੰਗ ਗੁੱਡ ਮਨੀ ਐਜ਼ ਅ ਕੰਸਟਰਕਸ਼ਨ ਵਰਕਰ। ਕੋਈ ਵੀ ਕੰਮ ਮਾੜਾ ਨਹੀਂ ਹੈਗਾ, ਕੰਮ ਸਾਰੇ ਹੀ ਚੰਗੇ ਨੇ, ਪਰ ਤੁਸੀਂ ਇਹ ਵੇਖੋ ਕਿ ਤੁਹਾਡਾ ਇੰਟਰਸਟ ਕਾਹਦੇ ਵਿੱਚ ਹੈ। ਤੇ ਕੰਸਟਰਕਸ਼ਨ ਨੂੰ ਅਸੀਂ ਬਿਜ਼ਨਸ ਵੀ ਬਣਾ ਸਕਦੇ ਹਾਂ। ਸੋ ਪੜ੍ਹਿਆ ਤੁਸੀਂ ਬਿਜ਼ਨਸ ਆ, ਕੰਮ ਤੁਸੀਂ ਕੰਸਟਰਕਸ਼ਨ ਦਾ ਕਰ ਰਹੇ ਹੋ, ਪਰ ਜਦੋਂ ਤੁਸੀਂ ਉਹਦੇ 'ਚ ਸਕਿੱਲ ਡਿਵੈਲਪ ਕਰ ਲਿਆ, ਉਹਨੂੰ ਤੁਸੀਂ ਬਿਜ਼ਨਸ ਬਣਾ ਲਿਆ। ਸੋ ਸੋ ਇੰਡੀਆ 'ਚੋਂ ਨਾ ਕਈ ਵਾਰੀ ਸਾਨੂੰ ਫੋਨ ਆਉਣਗੇ, ਉਹ ਕਹਿਣਗੇ ਜੀ ਮੇਰੇ ਮੁੰਡੇ ਦੇ 12ਵੀਂ 'ਚੋਂ 85 ਨੰਬਰ ਆਏ ਬਾਇਓ 'ਚੋਂ, ਅਸੀਂ ਇਹਨੂੰ ਡਾਕਟਰ ਬਣਾਉਣਾ ਕੈਨੇਡਾ ਜੀ। ਮੈਂ ਕਿਹਾ ਜੀ ਇੱਥੇ ਡਾਕਟਰ ਬਹੁਤ ਲੰਬਾ ਚੌੜਾ ਕੰਮ ਆ, ਪਰ ਇਹ ਹੈਗਾ ਆ ਇਹ ਕਿ ਉਹਨਾਂ ਨੂੰ ਵਹਿਮ ਕੇ ਮੈਥ 'ਚੋਂ ਵੱਧ ਆ ਗਏ ਤੇ ਨੇ ਆ ਕਰ ਜਾਣਾ, ਜਾਂ ਉਹਦੇ 'ਚੋਂ ਆ ਗਏ, ਬੱਚੇ ਦਾ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ। ਅੱਜ ਕਿਸੇ ਨੂੰ ਨਹੀਂ ਸੀ ਪਤਾ ਕਿ ਇਨਫਲੂਐਂਸਰ ਅੱਜ ਦੀ ਡੇਟ ਦੇ ਵਿੱਚ ਇੱਕ ਆਕੂਪੇਸ਼ਨ ਹੋਊਗਾ ਤੇ ਲੋਕੀ ਇੰਨੇ ਪੈਸੇ ਬਣਾਉਣਗੇ ਜੀ। ਹੁਣ ਜੇ ਆਪਾਂ ਪਿੰਡ ਉਹਨਾਂ ਨੂੰ ਸਮਝਾਈਏ ਕਿ ਆਪਾਂ ਇਨਫਲੂਐਂਸਰ ਹਾਂ, ਮੇ ਵੀ ਉਹ ਨਾ ਸਮਝਣਗੇ ਇਨਫਲੂਐਂਸਰ ਹੁੰਦਾ ਕੀ। ਸੋ ਬੜੇ ਤਰ੍ਹਾਂ ਦੇ ਆਕੂਪੇਸ਼ਨ ਨੇ। ਬੱਚੇ ਦਾ ਇੰਟਰਸਟ ਵੇਖੋ ਕਿ ਬੱਚੇ ਨੂੰ ਇੰਟਰਸਟ ਕਾਹਦੇ 'ਚ ਆ, ਆਪਣਾ ਇੰਟਰਸਟ ਨਾ ਵੇਖੋ। ਰਹਿਣਾ ਉਹਨੇ ਆ, ਕੰਮ ਪੜ੍ਹਨਾ ਉਹਨੇ ਆ, ਤੇ ਜੇ ਤੁਸੀਂ ਉਹਨੂੰ ਇਹੋ ਜਿਹੀ ਚੀਜ਼ 'ਚ ਪਾ ਦੋਗੇ ਜਿਹਦੇ 'ਚ ਉਹਦਾ ਇੰਟਰਸਟ ਨਹੀਂ ਆ, ਉਹ ਪੜੂਗਾ ਵੀ ਨਹੀਂ, ਤੇ ਉਹ ਫਿਰ ਦੂਜੇ ਪਾਸੇ ਜਾਊਗਾ। ਕਈ ਵਾਰੀ ਬੱਚੇ ਆ ਕੇ ਇੱਥੇ ਕਹਿੰਦੇ ਆ, ਕਿਉਂਕਿ ਹਰ ਇੱਕ ਬੰਦੇ ਦੀ ਇੱਕ ਸੀਮਾ ਹੁੰਦੀ ਹੈ ਨਾ, ਕੋਈ ਵੀ, ਮੈਂ ਫੇਰ ਬਾਰ-ਬਾਰ ਕਹਿਣਾ ਕਿ ਅਸੀਂ ਉਂਗਲੀ ਨਹੀਂ ਚੱਕ ਰਹੇ। ਜਿਹੜੀਆਂ ਸਮੱਸਿਆਵਾਂ ਇੱਥੇ ਆ ਰਹੀਆਂ ਨੇ, ਪੈਦਾ ਹੋ ਰਹੀਆਂ ਨੇ, ਕੁਝ ਇੱਕ ਬੱਚਿਆਂ ਨੂੰ ਸ਼ਾਇਦ ਉਹਨਾਂ ਦੇ ਮਾਪਿਆਂ ਨੂੰ ਕੋਈ ਉਂਗਲੀ ਫੜਨ ਜੋਗਾ ਸਹਾਰਾ ਮਿਲ ਜਾਏ, ਉਹਨਾਂ ਬੱਚਿਆਂ ਨੂੰ ਕੋਈ ਸੇਧ ਮਿਲ ਜਾਏ।
ਸੰਧੂ ਸਾਹਿਬ ਇੱਕ ਦੱਸਿਓ ਕਿ ਬੱਚੇ ਕਹਿੰਦੇ ਜੀ ਕੋਰਸ ਬੜਾ ਔਖਾ, ਹਾਂਜੀ ਹੈ ਨਾ, ਫਿਰ ਥੋੜਾ ਜਿਹਾ ਚੇਂਜ ਕਰ ਲਈ, ਕੋਈ ਗੱਲ ਨਹੀਂ ਤਬਦੀਲ ਕਰ ਲਓ, ਆਪਾਂ ਨਹੀਂ ਕਹਿੰਦੇ ਨਾ ਕਰੋ, ਜਾਣੀ ਕੀ ਢੰਗ ਤਰੀਕਾ ਜਿਹਾ ਹੋਣਾ ਚਾਹੀਦਾ ਕਿ ਰੋਜ਼ ਇੱਥੇ ਪੜ੍ਹਨਾ ਪੈਂਦਾ, ਪੜ੍ਹਾਈ ਕਿੰਨੀ ਕੁ ਔਖੀ ਹੈ, ਜਾਣੀ ਪੜ੍ਹਦੇ ਸਮੇਂ ਕਿਹਨਾਂ ਚੀਜ਼ਾਂ ਦਾ ਖਿਆਲ ਰੱਖੀਏ, ਕਿਉਂਕਿ ਮੈਂ ਬਹੁਤ ਵਾਰੀ ਸੁਣਿਆ ਸਾਨੂੰ ਤਾਂ ਜੀ ਕਲਾਸਾਂ ਨਹੀਂ, ਕਈ ਕਹਿੰਦੇ ਆ ਹਾਂਜੀ ਬਹੁਤ ਸੀਰੀਅਸ ਬੱਚੇ ਵੀ ਆ ਇੱਥੇ, ਕੋਈ ਮਾਪੇ ਪਰੇਸ਼ਾਨ ਨਾ ਹੋ ਜਾਣ ਐਵੇਂ, ਹਾਂਜੀ ਕਈ ਬੱਚੇ ਕਹਿੰਦੇ ਹੁੰਦੇ ਜੀ ਸਾਨੂੰ ਉੱਥੇ ਕਲਾਸਾਂ ਨਹੀਂ ਲਾਉਣੀਆਂ ਪੈਂਦੀਆਂ, ਕਈ ਵਾਰੀ ਹੁੰਦਾ ਕਿ ਉਹ ਕੋਈ ਗੱਲ ਨਹੀਂ ਉੱਥੇ ਆਨਲਾਈਨ ਲੱਗਦੀ ਆ, ਬੈਠੇ ਆ ਤਾਂ ਬੈਠੇ, ਨਹੀਂ ਬੈਠੇ ਨਾ ਬੈਠੇ, ਪੜ੍ਹਨ ਦਾ ਤਰੀਕਾ ਕੀ ਹੈ, ਅੱਗੇ ਜਾ ਕੇ ਕੀ ਮੁਸੀਬਤ ਆ ਸਕਦੀ ਹੈ ਫਿਰ? ਇਹ ਨਾ ਜਦੋਂ ਮੈਂ ਇੱਥੇ ਆਇਆ ਸੀਗਾ ਮੈਂ ਬੈਚਲਰਸ ਕਰਕੇ ਆਇਆ ਸੀ ਇੰਡੀਆ, ਠੀਕ ਹੈ ਜੀ, ਤੇ ਮੈਂ ਪੋਸਟ ਸੈਕੰਡਰੀ ਡਿਪਲੋਮਾ ਲਿਆ ਸੀਗਾ ਇੱਥੇ, ਜਿਹੜਾ ਕਿ 12ਵੀਂ ਵਾਲੇ ਲੈਂਦੇ ਨੇ, ਪਰ ਮੈਂ ਬੈਚਲਰਸ ਕਰਕੇ ਆਇਆ ਸੀ। ਠੀਕ ਹੈ ਜੀ। ਉਹ ਜਦੋਂ ਉਹਨਾਂ ਨੇ ਜਿੰਨਾ ਕੋ ਆਇਆ ਮੈਂ, ਉਹਨਾਂ ਨੇ ਮੈਨੂੰ ਇੱਕ ਚੀਜ਼ ਸਮਝਾਈ ਕਿ ਇੱਥੇ ਤੂੰ ਕਲਾਸਾਂ ਮਿਸ ਨਹੀਂ ਕਰਨੀਆਂ। ਠੀਕ ਹੈ। ਦ ਮੂਮੈਂਟ ਯੂ ਸਟਾਰਟ ਮਿਸਿੰਗ ਦ ਕਲਾਸਿਸ, ਤੂੰ ਹੌਲੀ ਹੌਲੀ ਅਸਾਈਨਮੈਂਟਾਂ ਤੋਂ ਪਿੱਛੇ ਹੋਣਾ ਸ਼ੁਰੂ ਹੋ ਜਾਣਾ, ਤੇ ਹੌਲੀ ਹੌਲੀ ਤੇਰੇ ਕੋਲ ਕੈਚ ਅਪ ਨਹੀਂ ਹੋਣਾ ਤੇ ਤੂੰ ਫੇਲ ਹੋਣਾ ਸ਼ੁਰੂ ਹੋ ਜਾਣਾ। ਠੀਕ ਹੈ। ਸੋ ਕਲਾਸ ਭਾਵੇਂ ਤੂੰ ਸੁੱਤਾ ਆ, ਜਾਗਦਾ ਆ, ਕਾਫੀ ਲੈ ਕੇ ਬਸ ਬਹਿ ਜਾ ਸਾਰੀ ਕਲਾਸ ਦੇ ਵਿੱਚ। ਜੀ। ਇਹਨਾਂ ਨੇ ਪ੍ਰੋਗਰਾਮ ਭਾਜੀ ਇਸ ਹਿਸਾਬ ਨਾਲ ਵੰਡੇ ਨੇ, ਸਾਰੇ ਕਾਲਜਸ ਨੇ, ਇਹ ਨਾ ਬੱਚਿਆਂ ਵਾਂਗੂ ਸਮਝਾਉਂਦੇ ਆ ਤੁਹਾਨੂੰ ਨਿੱਕੀ ਨਿੱਕੀ ਚੀਜ਼ ਤੋਂ। ਉਹ ਕਈ ਵਾਰੀ ਜਿਹੜਾ ਤੇ ਹੁਣ ਜਿਵੇਂ ਗ੍ਰੈਜੂਏਟ ਸੀਗਾ ਮੈਂ, ਤੇ ਮੈਂ ਪੋਸਟ ਸੈਕੰਡਰੀ ਡਿਪਲੋਮਾ ਕਰਦਾ ਸੀ, ਮੈਨੂੰ ਉਹ ਨਿਆਣਿਆਂ ਵਾਲੀਆਂ ਚੀਜ਼ਾਂ ਲੱਗਦੀਆਂ ਸੀ ਸ਼ੁਰੂ 'ਚ ਜੀ, ਪਰ ਫਿਰ ਮੈਨੂੰ ਇਹ ਸਮਝ ਆਈ ਕਿ ਜੇ ਇੱਕ ਗ੍ਰੇਡ 12th ਵਾਲਾ ਇਹ ਪ੍ਰੋਗਰਾਮ ਮੇਰੇ ਨਾਲ ਬਹਿ ਕੇ ਕਰ ਰਿਹਾ, ਉਹਦੇ ਲਈ ਇਹ ਠੀਕ ਆ, ਕਿਉਂਕਿ ਉਹਨੂੰ ਇਹ ਨਿੱਕੀ ਨਿੱਕੀ ਚੀਜ਼ ਤੋਂ ਸਮਝਾਉਂਦੇ ਨੇ। ਪਹਿਲਾਂ ਕਾਲਜ ਦੀ ਓਰੀਐਂਟੇਸ਼ਨ ਹੁੰਦੀ ਆ ਜੀ, ਜਦੋਂ ਬੱਚਾ ਆਉਂਦਾ ਆ ਉਹਦੇ ਵਿੱਚ ਦੱਸਦੇ ਨੇ ਕਿਹੜੀ ਜਗ੍ਹਾ ਕਿੱਥੇ ਆ, ਲਾਇਬ੍ਰੇਰੀ ਇੱਥੇ ਆ, ਇਹਨੂੰ ਇਸ ਤਰ੍ਹਾਂ ਵਰਤਣਾ, ਇਹਨੂੰ ਇਸ ਤਰ੍ਹਾਂ ਵਰਤਣਾ, ਇਦਾਂ ਅਸਾਈਨਮੈਂਟਸ ਮਿਲਣੀਆਂ, ਥਿੰਗਸ ਲਾਈਕ ਦੈਟ। ਜੇ ਤੁਸੀਂ ਕਲਾਸਾਂ ਨਹੀਂ ਮਿਸ ਕਰਦੇ ਜੀ, ਕੋਈ ਬੱਚਾ ਫੇਲ ਨਹੀਂ ਹੋ ਸਕਦਾ ਇਸ ਸਿਸਟਮ ਦੇ ਵਿੱਚ। ਉਹਦਾ ਰੀਜ਼ਨ ਇਹ ਹੈ ਕਿ ਇਹਨਾਂ ਨੇ ਕਲਾਸਾਂ ਵੰਡੀਆਂ ਹੀ ਇਸ ਹਿਸਾਬ ਨਾਲ ਨੇ, ਕਿਸੇ ਕਲਾਸ 'ਚ 5% ਅਸਾਈਨਮੈਂਟ ਹੈ, ਕਿਸੇ 'ਚ 10 ਹੈ, ਕਿਸੇ 'ਚ 15 ਹੈ, ਕੋਈ ਕਲਾਸ ਮੁੱਕਣ ਤੋਂ ਬਾਅਦ 25 ਦੀ ਅਸਾਈਨਮੈਂਟ ਕਰਨੀ ਹੈ, ਤੇ ਤੁਸੀਂ 100 ਤੱਕ ਨੰਬਰ ਲੈਣੇ ਆ ਇੱਕ ਸਮੈਸਟਰ ਦੇ ਵਿੱਚ। ਜਦੋਂ ਤੁਸੀਂ ਕਲਾਸਾਂ ਮਿਸ ਕਰਨੀਆਂ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਪਿੱਛੇ ਪੈਣੇ ਸ਼ੁਰੂ ਹੋ ਜਾਂਦੇ, ਕਿਉਂਕਿ ਤੁਹਾਡੀ 5% ਵਾਲੀ ਅੱਜ ਗਈ ਅਸਾਈਨਮੈਂਟ, ਫਿਰ ਅਗਲੇ ਹਫਤੇ 10 ਵਾਲੀ ਗਈ, 15 ਪਿੱਛੇ ਚੱਲ ਗਏ 100 ਚੋਂ, ਠੀਕ ਹੈ। ਉਹ ਕਰਦੇ ਕਰਦੇ ਤੁਸੀਂ ਪਿੱਛੇ ਹੋ ਜਾਣਾ, ਫਿਰ ਪਛੜੀ ਜਾਣਾ। ਸੋ ਕਲਾਸਾਂ ਨਹੀਂ ਮਿਸ ਕਰਨੀਆਂ, ਕਲਾਸਾਂ ਸਾਰੀਆਂ ਅਟੈਂਡ ਕਰੋ ਜੀ। ਜੇ ਕੋਈ ਬਹੁਤ ਹੀ ਜ਼ਿਆਦਾ ਬੱਚਾ ਹੋਊਗਾ ਜਿਹਨੂੰ ਸਮਝ ਨਹੀਂ ਆ ਰਹੀ ਕਿਸੇ ਚੀਜ਼ ਦੀ, ਉਹ ਆਪਣੇ ਪ੍ਰੋਗਰਾਮ ਕੋਆਰਡੀਨੇਟਰ ਕੋਲ ਜਾ ਸਕਦਾ ਆ, ਉਹਨੂੰ ਐਕਸਟਰਾ ਹੈਲਪ ਵੀ ਦਿੰਦੇ ਨੇ ਜੀ। ਉਹ ਫ੍ਰੀ ਹੁੰਦੀ, ਉਹ ਫ੍ਰੀ ਹੁੰਦੇ, ਇਟਸ ਪਾਰਟ ਆਫ ਦੀ ਪ੍ਰੋਸੈਸ। ਜੇ ਤੁਸੀਂ ਕਿਤੇ ਅਪਲਾਈ ਕਰਨਾ ਹੈ, ਜੌਬ ਅਪਲਾਈ ਕਰਨੀ ਹੈ, ਤੁਹਾਨੂੰ ਰਿਜ਼ਿਊਮੇ ਬਣਾਉਣਾ ਨਹੀਂ ਆਉਂਦਾ, ਉਹ ਤੁਹਾਨੂੰ ਉੱਥੇ ਡਿਪਾਰਟਮੈਂਟ ਨੇ ਜਿਹੜੇ ਇੰਟਰਨੈਸ਼ਨਲ ਡਿਪਾਰਟਮੈਂਟ, ਜਿਹੜੇ ਤੁਹਾਨੂੰ ਰਿਜ਼ਿਊਮੇ ਵੀ ਬਣਾ ਕੇ ਦਿੰਦੇ ਨੇ ਕਿੱਦਾਂ ਬਣਾਉਣਾ। ਸੋ ਹਰ ਇੱਕ ਚੀਜ਼ ਹੈਗੀ ਆ, ਪਰ ਤੁਹਾਨੂੰ ਅਪਰੋਚ ਕਰਨੀ ਪੈਂਦੀ ਉਹ ਚੀਜ਼ਾਂ ਨੂੰ, ਲੱਭਣੀਆਂ ਪੈਂਦੀਆਂ ਨੇ ਚੀਜ਼ਾਂ। ਕਲਾਸਾਂ ਅਟੈਂਡ ਕਰੋ, ਕੋਈ ਬੱਚਾ ਫੇਲ ਨਹੀਂ ਹੋ ਸਕਦਾ ਮੇਰੇ ਹਿਸਾਬ ਨਾਲ। ਜੇ ਦ ਮੂਮੈਂਟ ਯੂ ਸਟਾਰਟ ਮਿਸਿੰਗ ਦ ਕਲਾਸ, ਤੇ ਇੱਕੋ ਹੀ ਰੀਜ਼ਨ ਹੈ ਕਲਾਸਾਂ ਮਿਸ ਕਰਨ ਦਾ, ਹੋਰ ਕੋਈ ਰੀਜ਼ਨ ਨਹੀਂ ਹੈ, ਉਹ ਆ ਕੰਮ। ਠੀਕ ਹੈ। ਹੋਰ ਹੈ ਹੀ ਕੋਈ ਦੋ ਤੇ ਚੀਜ਼ਾਂ ਇੱਥੇ, ਇੱਕ ਪੜ੍ਹਾਈ ਹੈ ਤੇ ਦੂਜਾ ਕੰਮ ਹੈ। ਤੇ ਜੇ ਤੁਸੀਂ ਪੜ੍ਹਾਈ ਨਹੀਂ ਕਰਦੇ, ਜਿਹੜਾ ਪ੍ਰਾਇਮਰੀ ਪਰਪਸ ਆ, ਤੇ ਇਹਦਾ ਮਤਲਬ ਇੱਕੋ ਹੀ ਕੰਮ ਕਰ ਰਹੇ ਹੋ ਤੁਸੀਂ, ਉਹ ਆ ਕੇ ਤੁਸੀਂ ਕੰਮ ਕਰ ਰਹੇ ਹੋ। ਹੁਣ ਤੁਸੀਂ ਕਹਿ ਰਹੇ ਹੋ ਕਿ ਸਾਨੂੰ, ਉਹ ਕਹਿੰਦੇ ਨੇ ਪੇਰੈਂਟਸ ਨੂੰ ਕਿ ਸਾਡਾ ਜੀ ਪਾਸ ਨਹੀਂ ਕਰਦੇ ਜੀ, ਪਾਸ ਇਸੇ ਕਰਕੇ ਨਹੀਂ ਕਰਦੇ ਕਿਉਂਕਿ ਤੁਸੀਂ ਕੰਮ ਕਰ ਰਹੇ ਹੋ ਤੇ ਤੁਸੀਂ ਪੜ੍ਹ ਨਹੀਂ ਰਹੇ। ਜੇ ਪੜ੍ਹੋਗੇ ਤੇ ਕੋਈ ਇੰਸਟੀਟਿਊਸ਼ਨ ਇਦਾਂ ਦਾ ਨਹੀਂ ਹੈਗਾ ਜਿਹੜਾ ਪਾਸ ਹੀ ਨਹੀਂ ਕਰੂਗਾ, ਕਿਉਂਕਿ ਉਹਨਾਂ ਨੇ ਵੀ ਆਪਣੇ ਗ੍ਰੈਜੂਏਟਸ ਰੱਖਣੇ ਹੁੰਦੇ ਨੇ ਸਾਲ ਦੇ ਐਂਡ ਆਫ ਦਾ ਈਅਰ ਵਿਖਾਉਣ ਲਈ ਕਿ ਅਸੀਂ ਇੰਨੇ ਬੰਦੇ ਗ੍ਰੈਜੂਏਟ ਕਰ ਰਹੇ ਹਾਂ। ਸੋ ਇਦਾਂ ਦਾ ਕੋਈ ਇੰਸਟੀਟਿਊਸ਼ਨ ਨਹੀਂ ਹੋਊਗਾ। ਅੱਛਾ ਜਸਦੀਪ ਜੀ, ਮੈਨੂੰ ਇੱਕ ਗੱਲ ਹੋਰ ਜ਼ਰੂਰ ਦੱਸਿਓ ਕਿ ਜੇ ਕੋਈ ਬੱਚਾ, ਅਸਾਈਨਮੈਂਟਾਂ ਕਈ ਵਾਰੀ ਹੁੰਦੀਆਂ, ਮੈਂ ਛੋਟੇ ਪੁਆਇੰਟ ਇਸ ਕਰਕੇ ਚੱਕ ਰਿਹਾ ਕਿ ਜਿਹੜਾ ਬੱਚਾ ਨਵਾਂ ਆਇਆ, ਜਿਹਨੂੰ ਅਜੇ ਕੁਝ ਵੀ ਨਹੀਂ ਪਤਾ, ਉੱਥੇ ਮੈਂ ਕਈ ਵਾਰੀ ਸੁਣਿਆ ਸੀ ਉੱਥੇ ਇੰਡੀਆ ਦੇ ਵਿੱਚ, ਕਿਉਂਕਿ ਮੈਨੂੰ 2 ਸਾਲ ਹੀ ਹੋਏ ਅਜੇ ਆਏ ਨੂੰ, ਉੱਥੇ ਜੀ ਕੋਈ ਗੱਲ ਨਹੀਂ, ਅਸਾਈਨਮੈਂਟਾਂ ਦਾ ਕੰਮ ਸਰਸਰ ਜਾਂਦਾ ਹੁੰਦਾ, ਇੱਧਰੋਂ ਕੋਈ ਕਿਸੇ ਨਾ ਕਿਸੇ ਤੋਂ ਦੋਸਤ ਤੋਂ ਬਣਾ ਲਈਦੀਆਂ ਜੇ ਉਹਦਾ ਵੀ ਨੁਕਸਾਨ ਹੁੰਦਾ ਅੰਤ 'ਚ ਜਾ ਕੇ। ਹਾਂਜੀ, ਉਹਦਾ ਨੁਕਸਾਨ ਇਹ ਹੁੰਦਾ ਕਿ ਤੁਸੀਂ ਡਿਵੈਲਪ ਨਹੀਂ ਕਰ ਪਾਉਂਦੇ। ਸੋ ਤੁਸੀਂ ਅਸੀਂ ਪ੍ਰੋਗਰਾਮ ਦੀ ਫੀਸ ਕਿਉਂ ਭਰਦੇ ਹਾਂ ਕਿ ਸਾਨੂੰ ਇਹ ਪ੍ਰੋਗਰਾਮ ਅਸੀਂ ਸਿੱਖੀਏ, ਆਪਣੇ ਆਪ ਨੂੰ ਡਿਵੈਲਪ ਕਰੀਏ, ਆਪਣੀ ਪ੍ਰੋਫਾਈਲ ਨੂੰ ਇੰਪਰੂਵ ਕਰੀਏ ਜੀ। ਜਦੋਂ ਤੁਸੀਂ ਉਸ ਚੀਜ਼ ਦੇ ਵਿੱਚ ਚੀਟਿੰਗ ਇਨਵੋਲਵ ਕਰ ਦੋਗੇ, ਜਿਹੜੀ ਇੱਧਰੋਂ ਅਸਾਈਨਮੈਂਟ ਬਣਾਉਣੀ ਜਾਂ ਉੱਧਰੋਂ ਅਸਾਈਨਮੈਂਟ ਬਣਾਉਣੀ, ਇਹ ਵੀ ਕਾਈਂਡ ਆਫ ਚੀਟਿੰਗ ਹੈ। ਦੈਟ ਮੀਨਸ ਕਿ ਤੁਸੀਂ ਜੋ ਪ੍ਰੋਗਰਾਮ ਸਿਖਾਉਣਾ ਚਾਹ ਰਿਹਾ ਤੁਸੀਂ ਉਹ ਸਿੱਖ ਨਹੀਂ ਰਹੇ। ਸੋ ਬੇਸਿਕਲੀ ਜਿਹਦੀ ਤੁਸੀਂ ਫੀਸ ਦੇ ਰਹੇ ਹੋ ਇੰਨੇ ਔਖੇ ਹੋ ਕੇ, ਤੁਸੀਂ ਉਹਦਾ ਫਾਇਦਾ ਹੀ ਨਹੀਂ ਚੁੱਕ ਰਹੇ, ਕਿਉਂਕਿ ਪ੍ਰੋਗਰਾਮ ਪਾਸ ਕਰਕੇ ਵਰਕ ਪਰਮਿਟ ਲੈਣਾ ਇੱਕ ਇਕੱਲਾ ਪਾਰਟ ਨਹੀਂ ਹੈ ਸਾਰੇ ਪ੍ਰੋਸੈਸ ਦਾ, ਇਹਦੇ 'ਚ ਆਪਣੇ ਆਪ ਨੂੰ ਡਿਵੈਲਪ ਕਰਨਾ ਵੀ ਇੱਕ ਪਾਰਟ ਹੈ। ਅੱਛਾ ਜਸਦੀਪ ਜੀ, ਇੱਕ ਚੀਜ਼ ਮੈਨੂੰ ਹੋਰ ਦੱਸਣ ਦੀ ਮਾੜੀ ਜਿਹੀ ਖੇਚਲ ਕਰਿਓ ਕਿ ਮੰਨ ਲਓ ਮੈਂ ਤੁਹਾਡੇ ਨਾਲ ਰਹਿਣਾ, ਹਾਂਜੀ, ਤੇ ਮੇਰੇ ਉੱਤੇ ਤੁਹਾਡਾ ਪ੍ਰਭਾਵ ਪਊਗਾ, ਤੁਹਾਡੇ ਤੇ ਥੋੜਾ ਬਹੁਤ ਮੇਰਾ ਪਊਗਾ। ਪਹਿਚਾਣ ਕਿੱਦਾਂ ਕੀਤੀ ਜਾ ਸਕਦੀ ਹੈ ਇੱਥੇ ਵੀ ਕਿਹੜਾ ਬੰਦਾ ਤੁਹਾਨੂੰ ਠੀਕ ਗਾਈਡ ਕਰ ਰਿਹਾ, ਕਿਹੜਾ ਠੀਕ ਨਹੀਂ ਗਾਈਡ ਕਰ ਰਿਹਾ? ਕਿਉਂਕਿ ਇੱਕ ਤਾਂ ਹੋ ਸਕਦਾ ਕਿ ਕੋਈ ਗੱਲ ਨਹੀਂ ਬਈ
ਵੀਕਐਂਡ ਆ ਉਹ ਥੋੜਾ ਜਿਹਾ ਵਿਹਲਾ ਰੱਖੋ, ਆਪਾਂ ਘੁੰਮਣ ਜਾਂਦੇ, ਕੋਈ ਮਾੜੀ ਗੱਲ ਨਹੀਂ, ਅਸੀਂ ਨਹੀਂ ਕਹਿੰਦੇ ਘੁੰਮਣਾ ਮਾੜੀ ਗੱਲ ਹੈ, ਪਰ ਇਹ 2-3 ਸਾਲ ਦਾ ਜਿਹੜਾ ਸਮਾਂ ਹੁੰਦਾ ਹੈ ਥੋੜਾ ਜਿਹਾ ਘੱਟ ਘੁੰਮਣ ਦਾ ਹੁੰਦਾ ਸ਼ਾਇਦ। ਹੁਣ ਕਿੱਦਾਂ ਪਹਿਚਾਣ ਕੀਤੀ ਜਾਵੇ? ਹੁਣ ਇੱਕ ਪਾਸੇ ਤੇ ਇਹ ਆ ਕੋਈ ਗੱਲ ਨਹੀਂ ਅਸਾਈਨਮੈਂਟਾਂ ਦਾ ਕੰਮ ਹੋ ਜਾਊਗਾ, ਕੋਈ ਗੱਲ ਨਹੀਂ ਪਾਸ ਕਰ ਹੀ ਦਿੰਦੇ ਆ, ਆਪਣੇ ਕਾਲਜ ਦੇ ਵਿੱਚ ਕੋਈ ਗੱਲ ਨਹੀਂ ਹੁੰਦੀ, ਆ ਜਾ ਉੱਥੇ ਕੰਮ ਕਰ ਲੈਂਦੇ ਆ। ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਕਿੱਦਾਂ ਚੰਗੇ ਬੁਰੇ ਦੀ ਪਹਿਚਾਣ ਇੱਕ ਬੱਚਾ ਜਿਹੜਾ ਬੱਚੀਆਂ ਸਾਡੀਆਂ ਆਉਂਦੀਆਂ ਬੱਚੇ ਕਿ ਚੰਗੇ ਬੁਰੇ ਦੀ ਪਹਿਚਾਣ ਕਰਦਾ, ਕਿਉਂਕਿ ਉੱਥੇ ਤਾਂ ਆਪਾਂ ਆਪ ਹੀ ਬੱਚੇ ਨੂੰ ਛੱਡ ਕੇ ਆਉਂਦੇ ਆ, ਸਕੂਲ ਮਗਰ ਜਾਂਦੇ ਆ ਜੀ ਇਹਦੇ ਨੰਬਰ ਕਿੰਨੇ ਆ, ਇੱਥੇ ਤਾਂ ਫਿਰ ਕੋਈ ਦੇਖਣ ਵਾਲਾ ਨਹੀਂ ਹੁੰਦਾ। ਦੇਖੋ ਚੰਗੇ ਬੁਰੇ ਦੀ ਪਹਿਚਾਣ ਕਾਫੀ ਹੱਦ ਤੱਕ ਇੱਕ ਇੰਡੀਵਿਜੂਅਲ ਨੇ ਆਪ ਕਰਨੀ ਹੁੰਦੀ ਹੈ, ਉਹਦੀ ਆਪਣੀ ਅੰਡਰਸਟੈਂਡਿੰਗ ਹੁੰਦੀ ਹੈ। ਹੁਣ ਜਿਹੜਾ 18 ਸਾਲ ਤੋਂ ਉੱਤੇ ਆ 20 ਸਾਲ ਤੋਂ ਉੱਤੇ ਜਿਹਨੂੰ ਆਪਾਂ ਅਡਲਟ ਕਹਿੰਦੇ ਆ, ਜਿਹਨੂੰ ਵੋਟ ਪਾਉਣ ਦਾ ਹੱਕ ਆ ਜੀ, ਇਹ ਮੇਰੀ ਮੰਨਣੀ ਹੈ ਕਿ ਉਹਨੂੰ ਇਹ ਵੀ ਅਕਲ ਹੋਣੀ ਚਾਹੀਦੀ ਹੈ ਕਿ ਤੇਰੇ ਲਈ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਗਲਤ ਹੈ ਜੀ। ਇਹਦੀ ਜਿਹੜੀ ਡਿਵੈਲਪਮੈਂਟ ਆ ਉਹ ਇੱਥੇ ਆ ਕੇ ਨਹੀਂ ਸ਼ੁਰੂ ਹੁੰਦੀ, ਇਹ ਇੰਡੀਆ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ। ਜਦੋਂ ਪੇਰੈਂਟਸ ਤੁਹਾਨੂੰ ਉੱਥੇ ਇੰਡੀਪੈਂਡੈਂਟ ਰੱਖਣਗੇ, ਤੁਹਾਨੂੰ ਕਈ ਚੀਜ਼ਾਂ ਦੇ ਡਿਸੀਜਨ ਆਪ ਲੈਣ ਦੇਣਗੇ, ਤੁਹਾਨੂੰ ਉੱਥੇ ਦੱਸਣਗੇ ਕਿ ਗਲਤ ਕੀ ਆ, ਕਿਹੜੇ ਲੋਕਾਂ ਨੂੰ ਘੁੰਮਣਾ ਆ ਜਾਂ ਕਿਹੜੇ ਨਹੀਂ ਆ, ਐਂਡ ਲੈਟ ਹਿਮ ਬੀ ਦ ਜੱਜ ਆਲਸੋ, ਫਿਰ ਉਹ ਬੰਦਾ ਸਟਰੀਟ ਸਮਾਰਟ ਹੁੰਦਾ ਹੈ। ਇੱਕ ਹੁੰਦਾ ਪੜ੍ਹਾਈ ਸਮਾਰਟ, ਐਜੂਕੇਸ਼ਨ ਤੁਸੀਂ ਆਪਣੇ ਆਪ ਨੂੰ ਸਮਾਰਟ ਕਰਨਾ, ਇੱਕ ਹੁੰਦਾ ਸਟਰੀਟ ਸਮਾਰਟ ਹੋਣਾ। ਸਟਰੀਟ ਸਮਾਰਟ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਐਟ ਦ ਐਂਡ ਆਫ ਦਾ ਡੇ ਜਦੋਂ ਇੱਥੇ ਆ ਜਾਂਦੇ ਉਹ ਇਕੱਲੇ ਨੇ, ਉਹਨਾਂ ਨੇ ਵਿਚਰਨਾ ਹੈ ਸਾਰੇ ਕਲਚਰ ਦੇ ਵਿੱਚ, ਨਵੇਂ ਲੋਕਾਂ ਦਾ। ਕਈ ਲੋਕੀ ਬੜੇ ਮਿੱਠੇ ਹੁੰਦੇ ਨੇ ਪਹਿਲੇ ਦਿਨ ਤੋਂ, ਉਹਨਾਂ ਤੋਂ ਉੱਤੇ ਮੈਂ ਵੀ ਸਤਰਕ ਰਹਿਣਾ ਕਿ ਇੱਕਦਮ ਬੰਦਾ ਨਹੀਂ ਮਿੱਠਾ ਹੋਣਾ ਚਾਹੀਦਾ, ਕਿਉਂਕਿ ਕੋਈ ਪੁਆਇੰਟ ਹੀ ਨਹੀਂ ਬਣਦਾ, ਜਾਣਦੇ ਨਹੀਂ ਤੁਸੀਂ ਇੱਕ ਦੂਜੇ ਨੂੰ। ਸੋ ਇਸ ਕਰਕੇ ਇਹਦਾ ਬੈਸਟ ਜੱਜ ਉਹ ਆਪ ਨੇ, ਇਹਨਾਂ ਦੀ ਡਿਵੈਲਪਮੈਂਟ ਇੱਥੇ ਨਹੀਂ, ਇਹ ਉੱਥੋਂ ਹੀ ਸ਼ੁਰੂ ਹੋਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਇੱਥੇ ਇਹ ਡਿਸੀਜਨ ਲੈਣ ਜੋਗੇ ਹੋਣ। ਠੀਕ ਹੈ ਜੀ। ਜੇ ਤੁਸੀਂ ਕਿਸੇ ਨੂੰ 22 ਸਾਲ ਦੀ 21 ਸਾਲ ਦੀ ਉਮਰ ਤੇ ਇੱਥੇ ਭੇਜ ਰਹੇ ਹੋ ਪਰ ਉਹਨਾਂ ਨੇ ਕਦੀ ਆਪਣੇ ਡਿਸੀਜਨ ਲਏ ਹੀ ਨਹੀਂ ਹੈ, ਉਹਨਾਂ ਨੂੰ ਇਹ ਚੀਜ਼ਾਂ ਦੀ ਪਰੇਸ਼ਾਨੀ ਆਉਂਦੀ ਹੈ ਤੇ ਉਹਨਾਂ ਨੂੰ ਉਹ ਇੱਕ ਫੇਸ ਚੋਂ ਨਿਕਲਣਾ ਪੈਂਦਾ ਹੈ ਜਿਹਦੇ ਚੋਂ ਗਲਤ ਡਿਸੀਜਨ ਵੀ ਲੈਂਦੇ ਨੇ, ਗਲਤ ਸੰਗਤ 'ਚ ਵੀ ਪੈਂਦੇ ਨੇ, ਨਿਕਲਦੇ ਨੇ ਉਹਦੇ ਵਿੱਚੋਂ। ਪਰ ਇਹ ਚੀਜ਼ ਕਾਫੀ ਹੱਦ ਤੱਕ ਬੱਚੇ ਨੂੰ ਆਪ ਵੀ ਡਿਸਾਈਡ ਕਰਨੀ ਪੈਂਦੀ ਹੈ। ਤੁਸੀਂ ਜਿੰਨਾ ਮਰਜ਼ੀ ਉਹਦੇ ਉੱਤੇ ਦੂਰਬੀਨਾਂ ਲਾ ਕੇ ਤੇ ਵਹਿੰਦੇ ਰਹੋ, ਉਹ ਐਟ ਦ ਐਂਡ ਆਫ ਦਾ ਡੇ ਉਹਨੇ ਆਪਣੇ ਡਿਸੀਜਨ ਆਪ ਲੈਣੇ, ਬਿਕੋਜ਼ ਹੀ ਇਜ਼ ਲਿਵਿੰਗ ਅਲੋਨ। ਠੀਕ ਹੈ ਜਸਦੀਪ ਜੀ, ਇੱਕ ਚੀਜ਼ ਦੱਸਿਓ ਕਿ ਬੱਚੇ ਜਿਹੜੇ ਆ ਜਦੋਂ ਇੱਥੇ ਆ ਜਾਂਦੇ ਆ ਸਟੈਪ ਕੀ ਹੁੰਦੇ? ਮੰਨ ਲਓ ਪੜ੍ਹਾਈ ਮੁਕੰਮਲ ਹੋ ਗਈ ਅੱਜ, ਉਹਦੇ ਤੋਂ ਬਾਅਦ ਫਿਰ ਅਗਲਾ ਸਟੈਪ ਕੀ ਹੈ? ਕਿਉਂਕਿ ਇੱਕ ਤਾਂ ਮੈਨੂੰ 2 ਚੀਜ਼ਾਂ ਦਾ ਪਤਾ ਜੀ, ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲ ਜਾਂਦਾ, ਉਹਦੇ ਤੋਂ ਬਾਅਦ ਫਿਰ ਵੀ ਪੁਆਇੰਟਾਂ ਦਾ ਕੋਈ ਚੱਕਰ ਹੁੰਦਾ? ਹਾਂਜੀ। ਕੀ ਹੁੰਦਾ ਜੀ? ਸੋ ਸਟੈਪ ਇਹ ਨੇ ਕਿ ਜਦੋਂ ਤੁਸੀਂ ਪੜ੍ਹਾਈ ਕਰ ਰਹੇ ਹੋ, ਆਪਣੀ ਜੌਬ ਲੱਭੋ, ਜੌਬ ਸ਼ੁਰੂ ਕਰੋ, ਆਹ ਵਾਲੇ ਵਰਲਡ 'ਚ ਆ ਜਾਓ ਜਿਸ 'ਚ ਕੰਮ ਕਰਨਾ ਪੈਂਦਾ ਹੈ। ਫਿਰ ਡਿਊਰਿੰਗ ਦਾ ਪੜ੍ਹਾਈ ਆਪਣੀ ਜੌਬ ਨੂੰ ਇੰਪਰੂਵ ਕਰਦੇ ਰਹੋ, ਆਪਣੇ ਸਕਿੱਲ ਨੂੰ ਇੰਪਰੂਵ ਕਰਦੇ ਰਹੋ, ਤਾਂ ਕਿ ਜਦੋਂ ਤੱਕ ਤੁਹਾਨੂੰ ਵਰਕ ਪਰਮਿਟ ਹੋਵੇ ਤੁਹਾਡੇ ਕੋਲ ਸਕਿਲਡ ਜੌਬ ਹੋਵੇ, ਨਾ ਕਿ ਇੱਕ ਲੇਬਰ ਜੌਬ ਹੋਵੇ। ਉਹ ਲੇਬਰ ਤੋਂ ਸਕਿੱਲ ਤੇ ਜਾਣਾ ਉਹ ਤੁਹਾਡੀ ਆਪਣੀ ਕਾਬਲੀਅਤ ਹੈ, ਉਹ ਤੁਸੀਂ ਆਪਣੇ ਆਪ ਨੂੰ ਆਪ ਹੀ ਇੰਪਰੂਵ ਕਰਨਾ, ਕਿਸੇ ਨੇ ਆ ਕੇ ਤੁਹਾਨੂੰ ਰੋਜ਼ ਥਾਪੀ ਨਹੀਂ ਦੇਣੀ। ਠੀਕ ਹੈ। ਸੋ ਜਦੋਂ ਤੁਹਾਡੀ ਪੜ੍ਹਾਈ ਖਤਮ ਹੋਵੇ, ਐਟਲੀਸਟ ਲਾਸਟ ਸਮੈਸਟਰ ਤੱਕ ਤੁਹਾਡੇ ਕੋਲ ਇੰਨੀ ਕੁ ਇੰਪਰੂਵਮੈਂਟ ਹੋਈ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਕ ਚੰਗੀ ਜੌਬ ਕਰਨ ਦੇ ਲਾਇਕ ਹੋਵੋ ਕਿਸੇ ਵੀ ਇੰਪਲੋਇਰ ਦੇ ਨਾਲ, ਕਿਸੇ ਵੀ ਪ੍ਰੋਵਿੰਸ ਦੇ ਵਿੱਚ। ਉਸ ਤੋਂ ਬਾਅਦ ਅਗਲਾ ਸਟੈਪ ਇਹ ਹੈ ਕਿ ਵਾਈਲ ਯੂ ਵੇਟ ਫॉर योर ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਆਪਣੀ ਜੌਬ ਸ਼ੁਰੂ ਕਰੋ ਫੁੱਲ ਟਾਈਮ ਚੰਗੇ ਪੋਜੀਸ਼ਨ ਤੇ। ਤੇ ਬਹੁਤਾ ਹੱਥ ਪੈਰ ਨਾ ਮਾਰੋ ਕਿ ਮੈਂ ਕੱਚ ਪੱਕਾ ਹੋਊਂਗਾ, ਕੱਚ ਨਹੀਂ ਪੱਕਾ ਹੋਊਂਗਾ, ਕਿਉਂਕਿ ਭਾਵੇਂ ਅਸੀਂ ਪ੍ਰੋਵਿੰਸ਼ੀਅਲ ਕੈਟਾਗਰੀਜ਼ 'ਚ ਜਾਈਏ, ਭਾਵੇਂ ਐਕਸਪ੍ਰੈਸ ਐਂਟਰੀ 'ਚ ਜਾਈਏ, ਸਾਨੂੰ 1 ਸਾਲ ਦਾ ਵਰਕ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਜ਼ਰੂਰੀ ਆ ਆਫਟਰ ਓਬਟੇਨਿੰਗ ਦਾ ਵਰਕ ਪਰਮਿਟ ਔਰ ਆਫਟਰ ਅਪਲਾਈਂਗ ਫॉर ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਉਹ ਵੀ ਟਾਈਮ ਵਿੱਚ ਕਾਊਂਟ ਹੋ ਜਾਂਦਾ। ਸੋ ਇਸ ਕਰਕੇ ਸਭ ਤੋਂ ਬੈਸਟ ਟਾਈਮ ਹੈ ਦੇਖਣ ਦਾ ਕਿ ਤੁਸੀਂ ਕਾਹਦੇ 'ਚ ਫਾਈਲ ਲਾਉਣੀ ਆ, ਇਜ਼ ਅਬਾਊਟ 10 ਮੰਥਸ। ਜਦੋਂ ਤੁਹਾਡੇ 10 ਮੰਥ ਵਰਕ ਐਕਸਪੀਰੀਅੰਸ ਨੂੰ ਹੋ ਗਏ, ਉਦੋਂ ਕਿਸੇ ਵੀ ਸਲਾਹਕਾਰ ਨੂੰ ਮਿਲੋ ਜਾ ਕੇ, ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੋ ਕਿ ਮੈਂ ਉਹਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਮੈਂ ਸਕਿਲਡ ਵਰਕ ਐਕਸਪੀਰੀਅੰਸ 10 ਮਹੀਨੇ ਦਾ ਕਰ ਚੁੱਕਿਆ, 2 ਮਹੀਨੇ ਨੂੰ ਮੇਰਾ ਸਭ ਕੁਝ ਪੂਰਾ ਹੋ ਜਾਣਾ, ਕਿ ਮੈਂ ਹੁਣ ਕਿਹੜੇ ਸਟੈਪ ਲਵਾਂ ਤਾਂ ਕਿ ਮੈਂ 12ਵੇਂ ਮਹੀਨੇ ਰੈਡੀ ਰਵਾਂ ਕਿਹੜੀ ਕੈਟਾਗਰੀ 'ਚ ਫਾਈਲ ਲਾਉਣ। ਸੋ ਇਸ ਕਰਕੇ ਉਸ ਤੋਂ ਪਹਿਲਾਂ ਬਹੁਤਾ ਸੋਚਣ ਦੀ ਲੋੜ ਨਹੀਂ ਆ ਕਿ ਕੀ ਕਰਾਂ ਮੈਂ, ਜਿਵੇਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈ ਕੇ ਰਾਈਟ ਵੇ ਪੱਕੇ ਹੋ ਜਾਵਾਂ, ਇਦਾਂ ਦਾ ਕੁਝ ਨਹੀਂ। ਆਪਣੀ ਜੌਬ ਲੱਭੋ, ਉਹ ਸਟੈਪ ਹੈ ਤੁਹਾਡਾ। ਫਿਰ ਸਾਲ ਬਾਅਦ ਆਪਣੀ ਫਾਈਲ ਸਬਮਿਟ ਕਰੋ। ਸਾਲ ਬਾਅਦ ਪੁਆਇੰਟਸ ਤੇ ਡਿਪੈਂਡ ਕਰਦਾ ਹੈ ਕਿ ਕੀ ਪੁਆਇੰਟ ਚੱਲ ਰਹੇ ਨੇ। ਕੁਝ ਪੁਆਇੰਟਸ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਇੱਥੋਂ ਇੰਪਰੂਵ ਕਰ ਸਕਦੇ ਹੋ। ਫੋਰ ਐਗਜ਼ਾਮਪਲ ਇੰਗਲਿਸ਼ ਟੈਸਟ ਜਿਹੜਾ ਆ ਉਹ 'ਚ ਜਿੰਨੇ ਵੱਧ ਸਕੋਰ ਲਓਗੇ ਤੁਹਾਡੇ ਉਨੇ ਵੱਧ ਪੁਆਇੰਟ ਹੋਣਗੇ। ਕੁਝ ਪੁਆਇੰਟਸ ਤੁਸੀਂ ਆਪ ਤੁਹਾਡੇ ਉਹਦੇ ਤੇ ਹੁੰਦੇ ਨੇ, ਤੁਹਾਡੇ ਐਜੂਕੇਸ਼ਨ ਤੇ, ਤੁਹਾਡੀ ਏਜ ਤੇ, ਉਹਨਾਂ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਐਜੂਕੇਸ਼ਨ ਜੋ ਹੈਗੀ ਆ, ਏਜ ਜੋ ਹੈਗੀ ਆ। ਕੁਝ ਪੁਆਇੰਟਸ ਤੁਹਾਨੂੰ ਇੰਪਲੋਇਰ ਨੇ ਦੇਣੇ ਨੇ, ਜਿਵੇਂ ਫੋਰ ਐਗਜ਼ਾਮਪਲ ਜੇ ਇੰਪਲੋਇਰ ਤੁਹਾਨੂੰ ਕੀ ਕਹਿੰਦੇ ਆ ਜੌਬ ਦੇ ਰਿਹਾ, 1 ਸਾਲ ਐਕਸਪੀਰੀਅੰਸ ਹੋ ਗਿਆ, ਤੁਹਾਡੇ ਕੁਝ ਪੁਆਇੰਟ ਘੱਟਦੇ ਨੇ, ਇੰਪਲੋਇਰ ਤੁਹਾਨੂੰ ਇੱਕ PR ਸਪੋਰਟਿੰਗ LMI ਦੇ ਸਕਦਾ ਹੈ, ਜਿਹਦੀ ਕੋਈ ਗਵਰਨਮੈਂਟ ਫੀਸ ਨਹੀਂ ਹੁੰਦੀ। ਇਟਸ ਅ ਫ੍ਰੀ ਐਪਲੀਕੇਸ਼ਨ। ਅੱਛਾ, ਦੁਬਾਰਾ ਦੱਸੋ, ਫਿਰ ਦੁਬਾਰਾ ਦੱਸੋ। ਸੋ ਇਟਸ ਅ PR ਸਪੋਰਟਿੰਗ LMI
ਇੱਕ ਡਿਊਲ ਇੰਟੈਂਟ LMI ਹੁੰਦੀ ਹੈ ਜਿਸ 'ਚ ਵਰਕ ਪਰਮਿਟ ਵੀ ਮਿਲਦਾ ਹੈ ਤੇ 50 ਪੁਆਇੰਟ ਵੀ ਮਿਲਦੇ ਨੇ। ਇੱਕ PR ਸਪੋਰਟਿੰਗ LMI ਹੈ ਜਿਹਦੀ ਕੋਈ ਸਰਕਾਰੀ ਫੀਸ ਨਹੀਂ ਹੈਗੀ, ਠੀਕ ਹੈ ਜੀ, ਇਟਸ ਅ ਫ੍ਰੀ ਐਪਲੀਕੇਸ਼ਨ। ਉਹ EMPLOYER ਤੁਹਾਡੇ ਬਿਹਾਫ ਤੇ ਕਰੇ, ਤੁਹਾਨੂੰ ਉਹਦੇ ਐਡੀਸ਼ਨਲ 50 ਪੁਆਇੰਟ ਮਿਲਦੇ ਨੇ। ਠੀਕ ਹੈ ਜੀ। ਥੀਸ ਆਰ ਦਾ ਥਿੰਗਸ ਦੈਟ EMPLOYER ਤੁਸੀਂ ਆਪ ਜਾਂ ਅਸੀਂ ਤੁਹਾਨੂੰ ਦੇ ਸਕਦੇ ਹਾਂ। ਉਸ ਤੋਂ ਬਾਅਦ ਕਾਫੀ ਚੀਜ਼ਾਂ ਗਵਰਨਮੈਂਟ ਤੇ ਵੀ ਡਿਪੈਂਡ ਕਰਦੀਆਂ ਨੇ ਕਿ ਗਵਰਨਮੈਂਟ ਉਹ ਡਰਾ ਕੱਢਦੇ ਨੇ ਜਿਹਦੇ ਵਿੱਚ ਤੁਸੀਂ ਫਿੱਟ ਹੁੰਦੇ ਹੋ ਕਿ ਨਹੀਂ। ਪਰ ਜੇ ਤੁਸੀਂ ਸਾਰੇ ਸਟੈਪਸ ਤੇ ਟਾਈਮ ਨਾਲ ਚੱਲਦੇ ਰਹੋ ਤੁਸੀਂ ਪੱਕੇ ਹੋ ਹੀ ਜਾਂਦੇ ਹੋ। ਠੀਕ ਹੈ ਜਸਦੀਪ ਜੀ, ਆਖਰੀ ਸਵਾਲ ਹੈ, ਕੀ ਕਦੇ ਕੋਈ ਬੱਚਾ ਇਦਾਂ ਦਾ ਵੀ ਮਿਲਿਆ ਜਿਹਦੀ ਪੜ੍ਹਾਈ ਵਿੱਚ ਰਹਿ ਗਈ ਜਾਂ ਪੜ੍ਹਾਈ 'ਚ ਉਹ ਪਾਸ ਨਹੀਂ ਹੋ ਸਕਿਆ ਜਾਂ ਅੱਧ ਵਿਚਾਲੇ ਘੁੰਮਦਾ ਵਰਦਾ ਖੱਜਲ ਹੋ ਰਿਹਾ? ਠੀਕ ਹੈ, ਮਿਸ ਗਾਈਡੈਂਸ ਕਾਰਨ ਇਹਦਾ ਸਭ ਤੋਂ ਵੱਡਾ ਆ, ਦੈਟਸ ਵਨ। ਨੰਬਰ 1 ਇਜ਼ ਕਿ ਕਈ ਲੋਕਾਂ ਕੋਲ ਲਿਟਰਲੀ ਤੁਸੀਂ ਜਿਵੇਂ ਕਿਹਾ ਕਿ ਫੀਸ ਨਹੀਂ ਹੈਗੀ ਜੀ ਦੇਣ ਲਈ, ਨਹੀਂ ਹੈਗੀ। ਉਹਦਾ ਦੇਖੋ ਉਹਦੀਆਂ ਫਿਰ ਬਹੁਤੀਆਂ ਆਪਸ਼ਨਸ ਨਹੀਂ ਹੁੰਦੀਆਂ। ਜਾਂ ਤੇ ਤੁਹਾਡੇ ਕੋਲ ਫਿਰ ਵਰਕ EMPLOYER ਹੋਵੇ ਜਿਹੜਾ ਤੁਹਾਨੂੰ ਰੈਡੀ ਹੋਵੇ ਜੌਬ ਸਪੋਰਟ ਕਰਨ ਲਈ, ਤੇ ਜਾਂ ਫਿਰ ਯੂ ਹੈਵ ਟੂ ਅਰੇਂਜ ਦ ਫੀ ਜੀ, ਬਿਕਾਜ਼ ਤੁਸੀਂ ਸਟੱਡੀ ਪਰਮਿਟ ਤੇ ਆਏ ਹੋ, ਤੁਹਾਨੂੰ ਉਸ ਰੂਟ 'ਚ ਜਾਣਾ ਹੀ ਪੈਣਾ ਹੈ, ਉਹਦਾ ਹੋਰ ਕੋਈ ਹੱਲ ਨਹੀਂ ਹੈਗਾ। ਠੀਕ ਹੈ ਜੀ। ਸੋ ਕਈ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵੇਖ ਕੇ ਕਹਿ ਸਕਦੇ ਹਾਂ ਕਿ ਲਿਟਰਲੀ ਅਸੀਂ ਚਾਹੁੰਦੇ ਹਾਂ ਤੇਰੀ ਹੈਲਪ ਕਰਨੀ, ਪਰ ਸਾਨੂੰ ਕੋਈ ਦੇਖ ਹੀ ਨਹੀਂ ਰਿਹਾ ਕਿ ਤੇਰੀ ਕਿੱਦਾਂ ਹੈਲਪ ਕਰੀ। ਢੰਗ ਤਰੀਕਾ ਹੀ ਕੋਈ ਨਹੀਂ, ਢੰਗ ਤਰੀਕਾ ਕੋਈ ਨਹੀਂ। ਠੀਕ ਹੈ ਜਸਦੀਪ ਜੀ, ਆਪਾਂ ਆਉਣ ਵਾਲੇ ਦਿਨਾਂ 'ਚ ਵੀ ਜੁੜਦੇ ਰਹਾਂਗੇ ਤੇ ਉਮੀਦ ਕਰਦੇ ਹਾਂ ਕਿ ਕਿਸੇ ਨਾ ਕਿਸੇ ਨੂੰ ਲਾਹਾ ਪ੍ਰੋਗਰਾਮ ਤੋਂ ਮਿਲਿਆ ਹੋਵੇਗਾ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਜਸਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਗੱਲਬਾਤ ਹੋਈ ਸੀ। ਮੈਂ ਫੇਰ ਦੱਸ ਦਿਆਂ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਇੱਥੇ ਆਏ ਸੀ, ਆਪਣੀ ਪੜ੍ਹਾਈ ਮੁਕੰਮਲ ਕੀਤੀ। ਅੱਜ ਕੱਲ੍ਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ, ਜਾਣੀ ਕਿ ਫਾਈਲਾਂ ਲਾਉਂਦੇ ਨੇ, ਬੱਚੇ ਨੇ ਕਿਸੇ ਨੇ ਆਉਣਾ ਹੈ, ਕੋਈ ਹੋਰ ਪ੍ਰੋਸੀਜਰ 'ਚ ਵੀ ਆਉਣਾ ਹੈ। ਸੋ ਇਹਨਾਂ ਤੋਂ ਚੰਗੀ ਤਰ੍ਹਾਂ ਸ਼ਾਇਦ ਬਾਕੀਆਂ ਨੂੰ, ਕਿਉਂਕਿ ਇਹਨਾਂ ਨੇ ਦੋਨੋਂ ਚੀਜ਼ਾਂ ਦੇਖ ਲਈਆਂ, ਇੱਥੇ ਕੰਮ ਵੀ ਕਰਦੇ ਆ, ਪਹਿਲਾਂ ਪੜ੍ਹ ਕੇ ਵੀ ਆਏ ਆ। ਪਰ ਇੱਕ ਗੱਲ ਕਿਸੇ ਦੇ ਵੀ ਮਨ ਦੇ ਵਿੱਚ ਇਹ ਨਾ ਹੋਵੇ ਕਿ ਅਸੀਂ ਕਿਸੇ ਵੱਲ ਉਂਗਲ ਚੱਕੀ ਆ, ਉਂਗਲ ਨਹੀਂ ਚੱਕੀ। ਅੱਜ ਤੁਸੀਂ ਪੜ੍ਹ ਰਹੇ ਹੋ ਜਾਂ ਪੜ੍ਹਨ ਆਉਣਾ ਹੈ, ਜਿਹੜੀ ਗੱਲ ਅੱਜ ਤੁਹਾਨੂੰ ਪਤਾ ਲੱਗ ਜਾਣੀ ਆ, ਜਦੋਂ ਫਿਰ ਕਿਤੇ ਕੰਮ ਵੱਟੇ ਖਾਤੇ ਪੈ ਗਿਆ, ਰਾਹ ਦੇ ਵਿੱਚ ਕੰਮ ਰੋਲਣ ਲੱਗ ਪਿਆ, ਉਦੋਂ ਫਿਰ ਫਾਇਦਾ ਕੋਈ ਨਹੀਂ ਹੁੰਦਾ, ਕਿਉਂਕਿ ਉਦੋਂ ਸੱਪ ਨਿਕਲ ਜਾਂਦਾ, ਉਦੋਂ ਲਕੀਰ ਪਿੱਟੀ ਜਾਂਦੀ ਹੈ। ਕਾਰਾਂ ਖਰੀਦਣੀਆਂ, ਉਹਨਾਂ 'ਚ ਝੂਟੇ ਲੈਣੇ, ਉਹਨਾਂ 'ਤੇ ਕੰਮ 'ਤੇ ਜਾਣਾ ਤੁਹਾਡਾ ਹੱਕ ਹੈ। ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਰਾਮ ਦੇ ਨਾਲ ਰਹੋ, ਤੁਸੀਂ ਆਪਣੇ ਸ਼ੌਕ ਪੂਰੇ ਕਰੋ, ਪਰ ਉਹਦਾ ਇੱਕ ਸਮਾਂ ਸੀਮਾ ਹੈ। ਤੇ ਸਭ ਤੋਂ ਵੱਡੀ ਗੱਲ ਗਾਈਡੈਂਸ, ਕਿ ਜਦੋਂ ਬੱਚਾ ਨਵਾਂ ਆਉਂਦਾ ਹੈ ਉਹ ਕਿਹਨਾਂ ਦੇ ਨਾਲ ਰਹਿੰਦਾ ਹੈ, ਉਹਨੂੰ ਕੀ ਦੱਸਦੇ ਹੈ। ਜੇ ਤਾਂ ਤੁਹਾਨੂੰ ਕੋਈ ਬੰਦਾ ਪੜ੍ਹਾਈ ਪੂਰੀ ਕਰਨ ਨੂੰ ਕਹਿੰਦਾ, ਇਹਦਾ ਮਤਲਬ ਤੁਸੀਂ 3 ਸਾਲ ਹੋ ਸਕਦਾ ਟਾਈਟ ਰਹੋ, ਪਰ ਮੁੜ ਕੇ ਸਾਰੀ ਉਮਰ ਸੌਖੇ ਰਹੋਗੇ। ਪਰ ਹੁਣ ਜੇ ਕੋਈ ਬੰਦਾ ਕਹਿੰਦਾ ਛੱਡ ਪਰਾਂ, ਇਹ ਕਿਹੜੀ ਗੱਲ ਆ, ਅਸਾਈਨਮੈਂਟਾਂ ਬਣ ਜਾਂਦੀਆਂ, ਫਿਰ ਕਿਤੇ ਨਾ ਕਿਤੇ ਭਵਿੱਖ ਦੇ ਵਿੱਚ ਕੰਮ ਔਖਾ ਹੋ ਜੂ। ਗੁੱਸਾ ਨਾ ਕਰਿਓ, ਜੀ ਕੀਤਾ ਸੀ ਕਿ ਭਾਈ ਇਦਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰੀਏ। ਤੁਹਾਡੀ ਕੋਈ ਟਿੱਪਣੀ ਹੋਵੇ, ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ ਲਿਖ ਦੇਣਾ, ਫਿਰ ਆਪਾਂ ਕਿਸੇ ਦਿਨ ਪ੍ਰੋਗਰਾਮ ਕਰ ਲਾਂਗੇ। ਇੱਥੇ ਹੀ ਸੰਧੂ ਸਾਹਿਬ ਨੂੰ ਤੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਇੱਥੇ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।